ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੇ ਮੁਹੱਬਤ एपिसोड 12 प्रेम। नाउ प्रेम, प्यार, लव, ये सारे वर्ड्स प्रेम दे हैं। नाउ प्रेम जिहड़ा है प्यार की हुंदा है, what is प्रेम? Now all of us know that we have our own definition for love. Now in English they have few types of love, but anyway we are going to talk about love. ਹੁਣ ਪ੍ਰੇਮ ਕੀ ਚੀਜ਼ ਹੈ and how to perceive love and how to understand love in the context of Gurbani from the perspective of the Guru. ਗੁਰੂ ਕੀ ਕਹਿੰਦਾ, ਪ੍ਰੇਮ ਕੀ ਹੁੰਦਾ। ਨਾ ਇਹ ਟੌਪਿਕ ਦੇ ਵਿੱਚ ਆਪਣੇ ਕੋਲ 12 ਟੌਪਿਕਸ ਹਨ ਜਿਹਦੇ ਉੱਤੇ ਆਪਾਂ ਪ੍ਰੇਮ ਨੂੰ ਐਨਾਲਾਈਜ਼ ਕਰਨਾ ਹੈ, ਪ੍ਰੇਮ ਨੂੰ ਅੰਡਰਸਟੈਂਡ ਕਰਨਾ ਹੈ ਵੀ ਪਿਆਰ ਪ੍ਰੇਮ ਕੀ ਹੁੰਦਾ। ਫਸਟ ਆਫ ਆਲ ਯੂ ਗੋ ਟੂ ਦ ਡੈਫੀਨੇਸ਼ਨ ਐਂਡ ਵਾਈ ਪ੍ਰੇਮ ਇਜ਼ ਦ ਗ੍ਰੇਟੈਸਟ ਪਾਵਰ ਇਨ ਦ ਵਰਲਡ, ਯੂ ਕੈਨ ਸੇ ਦੈਟ। ਤੇ ਵੀ ਵਿਲ ਐਗਜ਼ਾਮਿਨ ਅ ਸਾਖੀ ਭਾਈ ਬੁੱਧੂ ਜੀ ਦੀ ਸਾਖੀ ਐਂਡ ਪ੍ਰੇਮ ਦਾ ਰਸ ਕੀ ਹੈ, ਵਾਟ ਇਜ਼ ਦ ਟੇਸਟ ਆਫ ਲਵ, ਉਹ ਵੀ ਆਪਾਂ ਦੇਖਾਂਗੇ। ਟੂ ਅੰਡਰਸਟੈਂਡ ਦ ਟੇਸਟ ਆਫ ਲਵ ਦੈਨ ਵੀ ਵਿਲ ਲੁੱਕ ਇਨਟੂ ਦ ਸਾਖੀ ਆਫ ਗੁਰੂ ਹਰਿਰਾਏ ਸਾਹਿਬ ਜੀ। ਤੇ ਫਿਰ ਆਉਂਦਾ ਹੈ ਵੀ ਲਵ ਨੂੰ ਐਕਸਪ੍ਰੈਸ ਕਿਵੇਂ ਕਰਨਾ ਹੈ, ਉਹਨੂੰ ਦਿਖਾਉਣਾ ਕਿਵੇਂ ਹੈ। ਫਿਰ ਆਉਂਦੀ ਹੈ ਜਦੋਂ ਪ੍ਰੇਮ ਤੋਂ ਵਿਛੋੜਾ ਪੈਂਦਾ ਹੈ, ਵਿਚ ਵੀ ਕਾਲ ਵਿਛੋੜਾ ਔਰ ਬਿਰਹਾ। ਬਿਰਹਾ ਇਜ਼ ਦ ਪੇਨ ਆਫ ਸਪਰੇਸ਼ਨ। ਫਿਰ ਆਉਂਦੀ ਹੈ ਗੁਰੂ ਅੰਗਦ ਦੇਵ ਜੀ ਦੀ ਸਾਖੀ, ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਤੇ ਕਿੰਨਾ ਪਿਆਰ ਹੈ। ਦੈਨ ਗੁਰਮੁਖ ਕਿਵੇਂ ਪ੍ਰੇਮ ਕਰਦੇ ਹਨ, ਗੁਰਮੁਖਾਂ ਵਾਸਤੇ ਉਹ ਪ੍ਰੇਮ ਨੂੰ ਕਿਵੇਂ ਨਿਭਾਉਂਦੇ ਹਨ, ਕਿਵੇਂ ਆਪਣੇ ਜੀਵਨ ਨੂੰ ਪ੍ਰੇਮ ਦੇ ਵਿੱਚ ਢਾਲਦੇ ਹਨ, ਹਾਊ ਦੇ ਆਰ ਇਮਰਸਡ ਇਨ ਲਵ। ਫਿਰ ਆਉਂਦਾ ਹੈ ਜੀ ਪ੍ਰੇਮ ਦੇ ਕਰਕੇ ਹੀ ਆਪਣੀ ਮੁਕਤੀ ਹੋਣੀ ਹੈ। ਨਾ ਇੱਥੇ ਇੱਕ ਗੱਲ ਆਪਾਂ ਨੂੰ ਸਮਝਣੀ ਪੈਣੀ ਆ ਕਿ ਜੇ ਇੱਕ ਜਿਹੜਾ ਲਵ ਹੁੰਦਾ ਹੈ, ਪ੍ਰੇਮ ਹੁੰਦਾ ਹੈ, ਬਣ ਵੀ ਦਿੰਦਾ ਹੈ, ਇੱਕ ਪ੍ਰੇਮ ਉਹ ਵੀ ਆ ਜਿਹੜਾ ਛੁਟਕਾਰਾ ਦਿੰਦਾ ਹੈ। ਓਕੇ, ਦੈਨ ਸੈਲਫ ਰਿਫਲੈਕਸ਼ਨ, ਲੁੱਕ ਐਟ ਆਵਰ ਸੈਲਫ। ਆਪਣੇ ਆਪ ਤੇ ਦੇਖੋ ਕਿ ਮੈਂ ਸੱਚੀ ਗੁਰੂ ਨਾਲ ਪਿਆਰ ਕਰਦਾ, ਕਿ ਮੇਰਾ ਪਿਆਰ ਜਿਹਦੀ ਵੀ ਚੀਜ਼ ਨਾਲ ਮੈਂ ਪਿਆਰ ਕਰਦਾ ਉਹ ਸੱਚਾ ਹੈ। ਓਕੇ, ਦੈਨ ਵੀ ਵਿਲ ਕੰਕਲੂਡ। ਪਹਿਲੀ ਗੱਲ ਹੈ ਕਿ ਡੈਫੀਨੇਸ਼ਨ ਜਿਹੜਾ ਲਵ ਦਾ ਹੈ, whoever you love should be more important than you. Your preference is your love, not you. ਸੇ ਲਵ ਦੇ ਵਿੱਚ ਖੁਦ ਗਰਜੀ ਨਹੀਂ ਹੁੰਦੀ, ਸੈਲਫਿਸ਼ਨੈਸ ਨਹੀਂ ਹੁੰਦਾ। ਲਵ ਉਹ ਚੀਜ਼ ਨਹੀਂ ਜਿਹਦੇ ਵਿੱਚ ਤੁਸੀਂ ਆਪਣੀ ਸੈਲਫਨੈਸ ਜਿਹੜੀ ਹੈ ਉਹ ਕੱਢ ਕੇ ਦੂਜੇ ਤੇ ਠੋਕ ਦਿਓ। Now this is where we go wrong. See, always we put our love and then we put that on another person as a burden on him, that yes, I love you, this is what you are doing to me. That means you are giving a burden to the next person. ਆਪਣੇ ਵਾਸਤੇ ਲਵ ਉਹ ਚੀਜ਼ ਹੈ, right, which we are very wrong. Okay, so now let's understand from the perspective of Gurbani, ਜਿਹਦੇ ਵਿੱਚ ਇਹ ਗੱਲ ਨੂੰ ਬਿਲਕੁਲ ਮਹਾਰਾਜ ਨੇ ਬਹੁਤ ਕਲੀਅਰਲੀ ਦੱਸਿਆ। ਹੁਣ ਦੇਖੋ ਲਵ ਜਿਹੜਾ ਹੈ, ਪ੍ਰੇਮ ਜਿਹੜਾ ਹੈ, ਪਿਆਰ ਜਿਹੜਾ, ਉਹ ਸਭ ਤੋਂ ਵੱਡਾ ਪਾਵਰ ਹੈ ਦੁਨੀਆ ਦਾ। ਓਕੇ, ਨਾਓ ਮਹਾਰਾਜ ਪਰਮੇਸ਼ਰ ਗੁਰੂ ਨਾਨਕ is above everything else, is above the influence of attachment. ਉਹਦੇ ਤੇ ਕੋਈ ਮੋਹ ਦਾ ਜਿਹੜਾ ਹੈ ਜਾਂ ਕੋਈ ਵੀ ਜਿਹੜੇ ਬੰਦਸ਼ ਉਹਨਾਂ ਤੇ ਨਹੀਂ ਪੈਂਦੀ, ਉਹ ਕਿਸੇ ਤਰ੍ਹਾਂ ਵੀ ਬੰਨੇ ਨਹੀਂ ਜਾਂਦੇ। ਸੋ ਦੈਨ ਗੁਰੂ ਨੂੰ ਕੋਈ ਬ੍ਰਾਈਬ ਕਰ ਸਕਦਾ ਹੈ? ਯੂ ਕੈਨ ਬ੍ਰਾਈਬ ਦ ਗੁਰੂ, ਰਾਈਟ? Then you come to ਮਹਾਰਾਜ ਦਾ ਜਿਹੜਾ ਇੰਟੈਲੈਕਟ ਹੈ। ਨਾਓ ਮਹਾਰਾਜ ਦੀ ਸਿਆਣਪ ਜਿਹੜੀ ਹੈ, you can combine our intellect of the whole world, you compare to him, still we are less than him, still we are inferior to him, ਕਿਉਂਕਿ ਮਹਾਰਾਜ ਆਪਾਂ ਨੂੰ ਬਣਾਉਣ ਵਾਲੇ ਆ। ਓਕੇ, ਫਿਰ ਗੁਰੂ ਮਹਾਰਾਜ ਦੇਖੋ ਸਾਰਿਆਂ ਵਿੱਚ ਰਹਿੰਦੇ ਨੇ, ਉਹ ਹੈ ਸਾਰਿਆਂ ਦੇ ਅੰਦਰ। ਐਂਡ ਗੁਰੂ ਮਹਾਰਾਜ ਜੀ ਸਾਰੀ ਹੀ ਦੁਨੀਆ ਨੂੰ ਚਲਾਉਣ ਵਾਲੇ ਨੇ। ਹੀ ਇਜ਼ ਦ ਸੋਲ ਪਾਵਰ ਆਫ ਦ ਐਂਟਾਇਰ ਵਰਲਡ। ਓਕੇ, ਨਾਓ think for yourself, if such is the God himself, ਪਰਮਾਤਮਾ ਐਡਾ ਵੱਡਾ ਹੈ,
how will you control him? Why will the Paramatma would want to oblige to you? क्यों परमात्मा ने थोड़ी अरदास सुननी है? उन्हें तो थोड़ू बनाया. He's the Malik of the world. What do he care about you then? Right? देखो ना, the king don't have to bother about you. You have to bother about the king, you know. वो तो दुनियावी किंग है, एक कंट्री दा किंग है. ये तो परमात्मा सारे जहान दा किंग है, सब कुछ. वो थानू ऑब्लाइज क्यों करे? Why? He don't need to do it. We have a need. He doesn't have a need. So सोच के देखो, थोड़े नाल और रिश्ता क्यों रखेगा? और रिश्ता थोड़े नाल क्यों रखेगा? उन्हें लोड़ की है थोड़ी. Set this as the basis, हाँ? देखो, महाराज कहते परमात्मा नू बनन वास्ते ना सिर्फ एको स्ट्रिंग है, उन्होंने आप लव कहते हैं, प्रेम. ताई महाराज कहते देखो, गुरु नानक तू गुरु गोबिंद सिंह महाराज आप परमात्मा ने. महाराज आप अपनी बाणी विच की लिखते हैं? मेरी बांदी भगत छडावै, बांदे भगत ना छूटै मोह. जे मेरा भगत कुछ कह दे, आई विल नेवर गो अगेंस्ट हिम. If I say something, Guru Nanak is Paramatma himself, he says, if I say something, my Bhagat, my Sikh can turn it over. But je mera Bhagat keh deve, I cannot turn it over. See, love is such a power. Taino Pagane, greatest power in the world, because you can bind the sole creator of the entire universe in love. This is the power of love. ਜਿਹੜੇ परमात्मा ਨੂੰ ਤੁਹਾਡੀ ਕੋਈ ਪਰਵਾਹ ਨਹੀਂ, ਉਹ ਤੁਹਾਡੇ ਪਿੱਛੇ ਪਿੱਛੇ ਭੱਜਿਆ ਫਿਰਦਾ. ਕਹਿੰਦੇ परमात्मा ਕਬੀਰ ਦੇ ਪਿੱਛੇ ਭੱਜਿਆ ਫਿਰਦਾ ਸੀ. ਕਬੀਰ ਕਬੀਰ ਕਰਦਾ ਕਿ ਉਹਨੇ ਭਗਤੀ ਕਰ ਲਈ ਨਾ, ਉਹਨੇ ਪ੍ਰੇਮ ਕਰ ਲਿਆ ਉਹਦੇ ਨਾਲ. ਰਾਈਟ? ਓਕੇ. ਹੁਣ ਦੇਖੋ ਭਾਈ ਬੁੱਧੂ ਦੀ ਸਾਖੀ ਆਉਂਦੀ, ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਹੈ. ਸੋ ਇਹ ਭਾਈ ਸਾਧੂ ਮਹਿਤਾ ਜੀ ਸੀਗੇ. ਮਹਿਤਾ ਕੁੱਲ ਸੀ ਇਹਨਾਂ ਦੀ, ਇਹਨਾਂ ਦਾ ਨਾਂ ਸੀ ਸਾਧੂ, ਪਰ ਲੋਕ ਇਹਨਾਂ ਨੂੰ ਬੁੱਧੂ ਬੁੱਧੂ ਕਰਕੇ ਸੱਦਿਆ ਕਰਦੇ ਸੀਗੇ. ਸੋ ਇੱਕ ਵਾਰ ਇਹਨਾਂ ਨੇ ਸੋਚਿਆ, ਕਹਿੰਦੇ ਵੀ ਆਪਾਂ ਨਾ ਇੱਕ ਕਲੀਨ ਲਾ ਲਈਏ, ਮਤਲਬ ਕਿ ਇੱਕ ਭੱਠਾ ਜਿਹੜਾ ਹੁੰਦਾ ਨਾ ਇੱਟਾਂ ਨੂੰ ਬਣਾਉਣ ਵਾਲਾ ਕਲੀਨ, ਕਹਿੰਦੇ ਉਹ ਬਣਾ ਲਈਏ. ਬਿਜ਼ਨਸ ਕਰਨਾ ਚਾਹਿਆ. ਸੋ ਇਹਨੇ ਗੁਰੂ ਅਰਜਨ ਦੇਵ ਜੀ ਕੋਲ ਗਿਆ, ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਮੈਂ ਇੱਕ ਨਾ ਇਹ ਭੱਠਾ ਸ਼ੁਰੂ ਕਰਨਾ ਹੈ, ਮੈਂ ਬਿਜ਼ਨਸ ਸ਼ੁਰੂ ਕਰਨਾ ਹੈ, ਨਵਾਂ ਕੰਮ ਸ਼ੁਰੂ ਕਰਨਾ ਹੈ, ਪਾਤਸ਼ਾਹ ਤੁਸੀਂ ਦੱਸੋ ਮੈਂ ਕੀ ਕਰਾਂ. ਗੁਰੂ ਅਰਜਨ ਦੇਵ ਜੀ ਨੇ ਬੁੱਧੂ ਨੂੰ ਕਿਹਾ ਕਿ ਭਾਈ ਬੁੱਧੂ ਤੂੰ ਇਸ ਤਰ੍ਹਾਂ ਕਰੀ, ਤੇਰੀ ਇਨਕਮ ਦੇ ਵਿੱਚੋਂ ਤੂੰ 10% ਦਸਵੰਧ ਕੱਢਣਾ, ਪਹਿਲੀ ਗੱਲ. ਦੂਸਰੀ ਗੱਲ, ਜਦੋਂ ਵੀ ਕੋਈ ਸਿੱਖ ਕੰਮ ਕਰੇ ਉਹ ਗੁਰੂ ਅੱਗੇ ਅਰਦਾਸ ਕਰੇ. ਨਾਓ ਰਿਮੈਂਬਰ ਦਿਸ, ਹਾਂ, ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਨਾ ਹੈ ਇਹੀ ਪ੍ਰੋਸੀਜਰ ਹੈ. ਕਹਿੰਦੇ ਪਹਿਲਾਂ ਅਰਦਾਸ ਕਰੋ ਗੁਰੂ ਮਹਾਰਾਜ ਜੀ ਅੱਗੇ, ਕੜਾ ਪ੍ਰਸ਼ਾਦ ਦੇਗ ਬਣਾਓ, ਫਿਰ ਉਸ ਤੋਂ ਬਾਅਦ ਲੰਗਰ ਕਰੋ, ਸੰਗਤਾਂ ਨੂੰ ਲੰਗਰ ਛਕਾਓ. ਇਹ ਪ੍ਰੋਸੀਜਰ ਹੈ. ਮਹਾਰਾਜ ਨੇ ਬੁੱਧੂ ਨੂੰ ਦੱਸ ਦਿੱਤਾ. ਸੋ ਹੁਣ ਬੁੱਧੂ ਵਾਪਸ ਆਪਣੇ ਪਿੰਡ ਜਾਂਦਾ ਹੈ, ਕਿਉਂਕਿ ਇਹ ਘੁਮਿਆਰ ਸੀਗਾ. ਘੁਮਿਆਰ ਹੁੰਦੇ ਨਾ ਭਾਂਡੇ ਬਣਾਉਣ ਵਾਲੇ, ਕਲੇ ਦਾ ਕੰਮ ਕਰਨ ਵਾਲੇ ਸਾਰਾ. ਸੋ ਇਹ ਆਪਣੇ ਪਿੰਡ ਨੂੰ ਮੁੜ ਗਿਆ. ਇਹਨੇ ਜਾ ਕੇ ਆਵਾ ਬਣਾਉਣ ਵਾਸਤੇ ਇਹਨੇ ਆਵਾ ਬਣਾ ਲਿਆ, ਕੰਸਟਰਕਟ ਕਰ ਲਿਆ, ਤੇ ਹੁਣ ਹਜੇ ਸ਼ੁਰੂ ਕਰਨਾ ਕੰਮ, ਇਨੀਸ਼ੀਏਸ਼ਨ ਕਰਨਾ ਹੈ. ਉਹਨੇ ਸਿੱਖ ਸੰਗਤਾਂ ਨੂੰ ਸੱਦ ਲਿਆ, ਲੰਗਰ ਕੀਤਾ, ਬਹੁਤ ਸਾਰੇ ਸਿੱਖ ਸੱਦ ਲਏ, ਤੇ ਫਿਰ ਸਿੱਖਾਂ ਨੂੰ ਕਿਹਾ ਆਪਾਂ ਅਰਦਾਸ ਕਰਨੀ. ਸੋ ਕੀ ਹੋਇਆ ਜੀ, ਸਿੱਖਾਂ ਨੇ ਲੰਗਰ ਜਿਹੜਾ ਅੰਦਰ ਇਹਦੇ ਘਰ ਵਿੱਚ ਆ ਗਏ, ਜਦੋਂ ਸਾਰੇ ਬੈਠ ਗਏ ਨਾ, ਇਹਨਾਂ ਨੇ ਦਰਵਾਜ਼ਾ ਬੰਦ ਕਰਤਾ, ਦ ਮੇਨ ਡੋਰ ਬੰਦ ਹੋ ਗਿਆ, ਤੇ ਉਹ ਸੰਗਤਾਂ ਲੰਗਰ ਛਕਣ ਲੱਗ ਪਈਆਂ. ਇੱਕ ਸਿੱਖ ਜਿਹਦਾ ਨਾਂ ਸੀ ਲੱਖੂ, ਭਾਈ ਲੱਖੂ ਜੀ, ਉਹ ਵਿਚਾਰਾ ਬਹੁਤ ਗਰੀਬ ਸੀਗਾ, ਉਹਦੇ ਕੱਪੜੇ ਪਾਟੇ ਹੋਏ ਸੀ ਵਿਚਾਰੇ ਦੇ. ਸੋ ਜਦੋਂ ਦਰਵਾਜ਼ਾ ਬੰਦ ਕਰਨ ਲੱਗੇ ਨਾ, ਇਹ ਸਾਹਮਣੇ ਆ ਗਿਆ, ਤੇ ਉਹ ਕਹਿੰਦੇ ਭਾਈ ਤੂੰ ਨਾ ਹੋ ਜੇ ਵਿੱਚ ਜਾਈ, ਆਪਾਂ ਇਹ ਦਰਵਾਜ਼ਾ ਬੰਦ ਕਰਨਾ ਹੈ, ਯੂ ਵਿਲ ਕਮ ਇਨਟੂ ਅ ਸੈਕੰਡ ਰਾਊਂਡ, ਤੂੰ ਸੈਕੰਡ ਰਾਊਂਡ 'ਚ ਆਏਗਾ, ਚਲੋ ਤੂੰ ਇੱਥੇ ਡੀਕ. ਜਿਹੜਾ ਭਾਈ ਲੱਖੂ ਸੀਗੇ ਨਾ, ਉਹ ਬਾਹਰ ਖੜ ਗਿਆ. ਐਂਡ ਯੂ ਨੋ ਭਾਈ ਲੱਖੂ ਦਾ ਨਿਤਨੇਮ ਕੀ ਸੀਗਾ? 25 ਜਪਜੀ ਸਾਹਿਬ ਦੇ ਪਾਠ ਹਰ ਰੋਜ਼ ਕਰਦਾ ਸੀ. 25 ਜਪਜੀ ਸਾਹਿਬ ਪਾਠ ਇਹਦਾ ਨਿਤਨੇਮ ਸੀਗਾ ਭਾਈ ਲੱਖੂ. ਤੇ ਕੀ ਹੋਇਆ, ਵਿਚਾਰਾ ਬਾਹਰ ਖੜ ਗਿਆ. ਕੀ ਹੋਇਆ, ਸੰਗਤਾਂ ਨੇ ਲੰਗਰ ਛਕ ਲਿਆ, ਐਂਡ ਸਡਨਲੀ ਦੇ ਸਟਾਰਟ ਡੂਇੰਗ ਅਰਦਾਸ. ਸੋ ਭਾਈ ਲੱਖੂ ਜੀ ਨਿਊ ਦੇयर इज नो गोइंग टू बी अ सेकंड राउंड. ਇੱਕ ਤਾਂ ਝੂਠ ਬੋਲੇ, ਅਰਦਾਸ ਕਰਨ ਲੱਗ ਪਏ, ਮਤਲਬ ਲੰਗਰ ਤਾਂ ਕੰਪਲੀਟ ਹੋ ਗਿਆ ਨਾ. ਸੋ ਭਾਈ ਲੱਖੂ ਬਾਹਰ ਖੜਾ ਰਿਹਾ. ਅਰਦਾਸ ਵਿੱਚ ਸਿੱਖ ਨੇ ਕਿਹਾ
कि धन धन गुरु अर्जन देव जी सच्चे पातशाह, ये जरा बुद्धू दा आवा पक्का होवे। वो लखू बाहर खड़ा दरवाजे दे कहंदा बुद्धू दा आवा कच्चा। की होया जी? लोकां ने जाके उन्होंने दस्सिया बुद्धू नूं भी लखू कही जांदा भी आवा कच्चा है। कहंदा मन्नू लखू दी की परवाह है। गुरु अर्जन देव जी ने कहा तेरा आवा ठीक होवेगा, पक्का होवेगा। संगतां ने अरदास करती, मैं लंगर छकाता। लखू कौन हुंदा है कहण वाला? की होया ना, दे स्टार्टेड द क्लीन, दे बर्न द क्लीन। उन्होंने इग्नाइट करके जदों इट्टां कड्डियां ना विचों कच्चियां निकलियां। हुण बुद्धू जिहड़ा सीगा वो बहुत कन्फ्यूज होया, कहंदा हाउ कम गुरु अर्जन देव जी ने बचन कीता इट्टां पक्कियां होणगियां, किवें कच्चियां रह गईयां? कहंदे मैं वो कीता जो गुरु ने किया, संगतां ने भी किया आवा पक्का, ते कच्चा किवें रह गया? वो फिर बुद्धू गया गुरु अर्जन देव जी कोल। महाराज ने कहना महाराज थोड़ा बचन नहीं चलिया, ये तो झूठा पै गया। महाराज कहंदे बुद्धू मैनूं सारी गल दस। कहंदे कोई मेरा सिख आया सी जिन्होंने तू लंगर नहीं छकाया? वो कहना हाँ एक गरीब जा खड़ा सी बाहर। कहंदा वो कही जांदा सी कच्चा। मैं क्या? कहंदा पागल आ, वो भी बोली जांदा है भी आवा तक पक्का ही होना है। ते की होया? महाराज कहंदे नहीं भाई वो मेरा प्यारा सिख है। कहंदे ओदी जुबान ते गुरु नानक वसदा है, क्योंकि वो गुरबाणी पढ़दा है। वो मेरा प्यारा है, ओदी जुबान ते गुरु नानक बैठा है। गुरु अर्जन देव जी कहंदे मैं ओदा बचन नहीं मोड़ सकदा। लखू हैरान हो गया, कहंदा वाओ। कहंदा एक गरीब जा सिख ते गुरु अर्जन देव जी कहंदे ओदा बचन नहीं मोड़ सकदे। ते की हुंदा है ना, भाई लद्दा जी जिहड़े सीगे ना उन्हां नूं सद्दिया गुरु अर्जन देव जी ने। कहंदे बुद्धू नूं नाल लै जा ते लखू दे नाल जाके गलबात करो। ते फिर जाके भाई लद्दा जी ने भाई लखू जी नूं समझाया। उन्होंने कहा भाई गुरु का सिख है, फिर भी कोई नहीं, वो तो गलती होगी, तू मुआफ कर दे। ते फिर वो तो जाके बुद्धू नूं जिहड़ा आन लखू ने कहा, कहना देख भाई बचन करता कच्चे दा कच्चा ही रहूगा पर पक्कियां दे भाव विक जाएगा। तेरियां इट्टां जिहड़ियां हन पक्के दे प्राइस ते विकणगियां पर रहणगियां कच्चियां, वो नहीं पक्कियां होणगियां। भाई लखू से दी सन, गुरु अर्जन देव जी हैं, भाई लखू ने गल कही। ते की होया जी, उस वेले उत्थे एक फोर्ट सीगा, रावी दरिया चढ़ के आया लाहौर विच। वो सारी उहदी कंध तोड़ के रखती ते दैन द पैलेस नीट। उदों वो जिहड़ा पैलेस नूं जिहड़ियां इट्टां दी लोड़ पै गई, क्योंकि उदों चमासे वाले दिन आ गए, मींह पैण लग गए बहुत ज़्यादा, कोई इट्टां बनाउंदा नहीं सी उदों। सो एक स्टॉक इट्टां चाहीदियां सी उन्हां नूं। सो उन्होंने जाके सारे थां ते पता किया, उहदे वजीरां ने अखीर ते भाई लखू दियां मिलियां एंड दे बॉट ऑन द पक्के भाव। सो भाई लखू दियां इट्टां पक्के भाव ते विक गईयां, हैंड कच्चियां ही रहियां। नाउ फ्रॉम हियर यू सी भाई लखू दा सरबंध गुरु नाल की सीगा? उहनूं प्यार सी। ओके सेम वे आ, थोड़ा बच्चा तुहानूं कुछ नहीं दिंदा, तुसीं बच्चे दी सेवा करदे हो। कदे सोचिया? when you go to work ना, you count hours, 8 hours I'm going to work, 9th hour is overtime, you don't work extra, right? पर बच्चे वास्ते अद्धियां अद्धियां रातां नूं तुसीं उठ के बच्चे नूं सामभदे हो। बच्चा तुहानूं पैसे दिंदा, तनख्वाह दिंदा, एनी बच्चा पेइंग यू सैलरी, यू सर्व हिम लाइक अ मेड। टट्टी पेशाब बच्चे दा चकदे हो तुसीं, क्यों चकदे हो जी? इको ही रिश्ता है ना, प्यार प्रेम, दैट्स इट, राइट? जी थोड़ियां घर वालियां तुहानूं खाना बना के दिंदियां, सारी उम्र बेचारियां साफ रखदियां किचन नूं, घर नूं, तुसीं सैलरी दिंदे हो उन्हां नूं? कपड़े थोड़े धो के दिंदियां, सब कुछ करके तुहाडे वास्ते दिंदियां, डू यू पे सैलरी? नो, राइट? प्रेम आ ना, दैट्स व्हाट वी कॉल लव। ते लव दे विच हिसाब किताब नहीं हुंदा। You can never quantify love. How to quantify love? You tell me. जो लड़ाई होंदी है ना, आप कहें मैं तेरे नाल ये कीता, मैं तेरा वो कीता, you are quantifying it, but there's no end. What are you going to quantify now? How are you going to say that I love you more than you love me? की कहोगे तुसीं? नहीं हो सकता ना। सो प्यार विच ये गल्लां नहीं होंदियां। ओके, सही कहंदे हुंदे ना, in the war and love, वो कहावत है ना अंग्रेजी दी, हाँ एवरीथिंग इज फेयर, एवरीथिंग इज फेयर ना, हाँ वो गल होंदी है। चलो ना, टेस्ट ऑफ लव, हुण प्यार दा स्वाद की आउंदा है? स्वाद भी कुछ होना चाहिए। व्हाट इज द टेस्ट नाउ? ओके, हुण जिहड़ा है इहदा टेस्ट जिहड़ा है ना,
is beyond your sensory organs. Your eyes cannot see love, your nose cannot smell love, your tongue cannot taste love, your ears cannot hear love. Hear can, but the स्वाद थोड़ा होता है, तुम एक वर्ड है या सुन लो. Your skin cannot feel love, right? ये सारे ਜਿਹੜੇ ਹਨ ਆਪਣੇ organs ਤੋਂ ਪਰੇ ਹੈ ਇਹ ਗੱਲ. So love ਨੂੰ ਹੁਣ ਕੌਣ feel ਕਰਦਾ ਹੈ? Now this is a very nice line ਜਿਹੜੀ ਹੈ ਭਾਈ ਸਾਧੂ ਜੀ ਨੇ ਲਿਖੀ. Again ਨਾ ਭਾਈ ਸਾਧੂ ਜੀ was the son-in-law of ਗੁਰੂ ਹਰਗੋਬਿੰਦ ਸਾਹਿਬ ਜੀ. ਕਹਿੰਦੇ ਜੋ ਸੁਖ ਪ੍ਰੇਮ ਭਗਤ ਮੈਂ ਪਾਇਓ, ਕਹਿੰਦਾ ਜਿਹੜਾ ਸੁਖ ਮੈਂ ਪ੍ਰੇਮਾ ਭਗਤੀ ਵਿੱਚ ਪਾਇਆ, ਜਿਹੜਾ ਸੁਖ ਮੈਂ ਪ੍ਰੇਮ ਕਰਕੇ ਪਾਇਆ, ਸੋ ਸੁਖ ਨਹੀਂ ਸਹਿਸਾਰ ਸਕਲ ਮੈਂ, ਕਹਿੰਦੇ ਕਿ ਉਹ ਸੁਖ ਸਾਰੇ ਸੰਸਾਰ ਵਿੱਚ ਕਿਤੇ ਵੀ ਨਹੀਂ ਹੈਗਾ. ਕਹਿੰਦੇ ਸਨਮੁਖ ਦੁਰਮਤ ਦੋਹਰਾਇਓ, ਕਹਿੰਦੇ ਕਿ ਜੇ ਸਾਹਮਣੇ ਜਿਹੜਾ ਹਨ ਜੇ ਲਵ ਪਿਆਰ ਦਾ ਤੁਸੀਂ ਸਾਹਮਣਾ ਕਰ ਲਓ, ਯੂ ਸਟੈਂਡ ਫॉर ਲਵ, ਕਹਿੰਦੇ ਫਿਰ ਕੀ ਹੁੰਦਾ ਹੈ, ਸਾਰੀ ਦੁਰਮਤ ਭੈੜੀ ਮਤ ਦੌੜ ਜਾਂਦੀ ਆ, ਭੱਜ ਜਾਂਦੀ ਹੈ, ਉਹ ਨਹੀਂ ਰਹਿੰਦੀ ਫਿਰ. ਇਸੀ ਨਾਉ ਇੱਥੇ ਜਿਹੜਾ ਹਨ ਕਹਿੰਦੇ ਗੁਰਮੁਖਾਂ ਨੂੰ ਇਹ ਟੇਸਟ ਜਿਹੜਾ ਹੈ ਜਿਹੜਾ ਹਨ ਇਹ ਜਿਹੜਾ ਟੇਸਟ ਹੈ ਇਹ ਸਾਰੇ ਅੰਗਾਂ ਵਿੱਚ ਰਚ ਜਾਂਦਾ ਹੈ. ਐਂਡ ਦੈਨ there's nothing more tastier, there's nothing more interesting than love. ਦੇਖੋ ਤੁਹਾਨੂੰ ਪਿਆਰ ਹੋਵੇ ਤੁਹਾਡਾ ਸਾਰਾ ਸਰੀਰ ਗਦਗਦ ਕਰਦਾ, ਰਾਈਟ? ਜੇ ਲੜਾਈ ਹੋ ਜਾਵੇ ਫਿਰ ਕੀ ਹੁੰਦਾ, ਫਿਰ ਰੋਣਾ ਧੋਣਾ ਸ਼ੁਰੂ ਹੋ ਜਾਂਦਾ, ਫਿਰ ਸਾਰਾ ਲਵ ਜਿਹੜਾ ਹੈ ਅਥਰੂ ਬਣ ਕੇ ਮੂਹਰੇ ਆ ਜਾਂਦਾ, ਫਿਰ ਰੋਂਦੇ ਪਿੱਟਦੇ ਰਹਿੰਦੇ ਆ, ਰਾਈਟ? ਦੇਖੋ ਉਹ ਲਵ ਆ ਨਾ. ਸੋ ਇਹ ਜਿਹੜਾ ਪਿਆਰ ਹੈ ਇਹ ਪਿਆਰ ਆਪਣੇ ਸੈਂਸਰੀ ਆਰਗਨਸ ਦੇ ਸਵਾਦ ਤੋਂ ਕਿਤੇ ਪਰੇ ਹੈ, ਰਾਈਟ? ਤੇ ਇਹ ਜਿਹੜਾ ਸਵਾਦ ਹੈ ਇਹ ਹੋਰ ਕੋਈ ਸਾਰੇ ਸਵਾਦਾਂ ਵਿੱਚ ਇਹ ਕੰਪਲੀਮੈਂਟ ਕਰਕੇ ਉਹਨਾਂ ਨੂੰ ਸਵਾਦ ਬਣਾਉਂਦਾ ਹੈ. ਜਸ ਇਮੇਜਿਨ ਨਾ ਤੁਹਾਡੇ ਕੋਲ ਦੁਨੀਆ ਦੇ ਸਾਰੇ ਸੁੱਖ ਨੇ, you have money, you have properties, you have everything that you need to live a luxury life, but you don't have love. What happens? You know the most ਧਨੀ ਬੰਦੇ ਵੀ ਸੁਸਾਈਡ ਕਰਦੇ ਆ. ਹਾਂ, ਜਿਹੜੇ ਦੁਨਿਆਵੀ ਬੰਦੇ ਆ ਉਹ ਸੋਚ ਕੇ ਹੈਰਾਨ ਹੁੰਦੇ ਆ ਵੀ ਦੇਖੋ ਸਭ ਕੁਝ ਹੈਗਾ ਸੀ, ਸੁਸਾਈਡ ਕੀਤੀ ਕਿਉਂ ਹੈ? ਕਿਉਂ? ਪਿਆਰ ਨਹੀਂ ਹੈਗਾ ਨਾ. ਪਿਆਰ puts meaning into everything that you have. In every relationship ਪਿਆਰ ਜਿਹੜੀ ਚੀਜ਼ ਹੈ ਉਹੀ ਸਵਾਦ ਦਿੰਦੀ ਹੈ, ਨਹੀਂ ਤਾਂ ਫਿੱਕੀ ਹੋ ਜਾਂਦੀ ਹੈ. See now when you are young, your brothers sisters ਨਾਲ ਕਿੰਨਾ ਥੋੜਾ ਜਿਹੜਾ ਇੱਕ ਦੂਜੇ ਨਾਲ ਹੁੰਦਾ ਹੈ, ਇੱਕ ਦੇ ਸੱਟ ਵੱਜਦੀ ਹੈ ਤੁਹਾਡੇ ਪੀੜ ਲੱਗਦੀ ਹੈ, ਵੱਡੇ ਹੋ ਜਾਂਦੇ ਆ ਪਿਆਰ ਘਟ ਜਾਂਦਾ, ਰਾਈਟ? ਪਿਆਰ ਮਾਂ-ਬਾਪ ਤੋਂ ਟ੍ਰਾਂਸਫਰ ਹੋ ਕੇ ਹੋਰ ਕਿਤੇ ਚਲੇ ਜਾਂਦਾ, ਫਿਰ ਪਿਆਰ ਨਹੀਂ ਰਹਿੰਦਾ. ਤੇ ਕੀ ਹੋ ਗਿਆ ਜੀ, ਬੰਦਾ ਉਹੀ ਆ ਸੇਮ, ਪਰ ਉਹ ਪਿਆਰ ਨਹੀਂ ਰਹਿ ਗਿਆ, ਰਾਈਟ? ਕਿਉਂਕਿ ਪਿਆਰ ਸੱਚਾ ਹੀ ਨਹੀਂ ਸੀ. ਸੱਚਾ ਪਿਆਰ ਹੋਵੇ ਨਾ ਉਹ ਕਿਤੇ ਨਹੀਂ ਜਾਂਦਾ. ਓਕੇ, ਚਲੋ ਹੁਣ ਆਪਾਂ ਸੈਕਿੰਡ ਇਹ ਜਿਹੜਾ ਹੈ ਭਗਤ ਮਾਲ ਦੇ ਵਿੱਚ ਜਿਹੜੀ ਸ਼ਹੀਦ ਭਾਈ ਮਨੀ ਸਿੰਘ ਨੇ ਲਿਖੀ ਆ ਨਾ, ਇਹ ਵੀ ਬਹੁਤ ਸੋਹਣਾ ਇੱਕ ਜਿਹੜਾ ਹਨ ਆਪਾਂ ਨੂੰ ਦੱਸ ਰਹੇ ਨੇ ਪਿਆਰ ਦਾ ਸਵਾਦ ਕੀ ਆ. ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਪ੍ਰੇਮ ਦਾ ਰਸ ਆਇਆ, ਜਿਨ੍ਹਾਂ ਨੂੰ ਸਵਾਦ ਆਇਆ ਪ੍ਰੇਮ ਦਾ, ਸੋ ਦੇ ਰਸਾਂ ਵੱਲੋਂ ਅਨਰਸ ਹੋਏ. ਕਹਿਣਗੇ ਉਹ ਅਨਰਸ ਹੋ ਜਾਂਦੇ ਨੇ, ਉਹਨਾਂ ਨੂੰ ਦੇ ਅੱਖਾਂ ਦਾ ਸਵਾਦ ਨਹੀਂ ਆਉਂਦਾ, ਕੰਨਾਂ ਦਾ ਰਸ ਨਹੀਂ ਰਹਿ ਜਾਂਦਾ, ਜਿਨ੍ਹਾਂ ਨੂੰ ਪ੍ਰੇਮ ਆ ਗਿਆ. ਓਕੇ, ਹੁਣ ਇੱਕ ਟੇਸਟ ਹੁੰਦਾ ਨਾ, ਯੂ ਟੇਕ ਅ ਲੋਟ ਆਫ ਸ਼ੂਗਰ. ਤੁਸੀਂ ਇੱਕ ਚੀਜ਼ ਖਾ ਲਓ, ਸੇ ਗੁਲਾਬ ਜਾਮਨਾ ਖਾ ਲਓ, ਰਸਗੁੱਲੇ ਖਾ ਲਓ, after that you take tea with sugar, you won't feel the sugar anymore, right? Because you have taken more sugar, extreme sugar. ਜਿਵੇਂ ਤੁਸੀਂ ਮਿਰਚ ਬਹੁਤੀ ਖਾ ਲਓ, ਉਹਦੇ ਬਾਅਦ ਤੁਹਾਨੂੰ ਥੋੜੀ ਮਿਰਚ ਖਾਓ, ਤੁਹਾਨੂੰ ਸਵਾਦ ਨਹੀਂ ਆਉਣਾ. ਇਹੀ ਪ੍ਰੇਮ ਹੈ. ਜਿਹਨੂੰ ਪ੍ਰੇਮ ਲੱਗ ਗਿਆ ਉਹ ਦੁਨੀਆ ਦੀਆਂ ਦੂਸਰੀਆਂ ਜਿਹੜੀਆਂ ਸਵਾਦ ਹੁੰਦੇ ਨਾ, everything becomes ਫਿੱਕੇ, tasteless. ਤੇ ਇੱਥੇ ਕਹਿੰਦੇ ਉਹ ਵਿਚਾਰਦੇ ਹਨ ਜੋ ਤਨੂਰ ਦੇ ਵਿੱਚ, ਦੇਖੋ ਐਗਜ਼ਾਮਪਲ ਦਿੰਦੇ ਆ, ਜਿਵੇਂ ਇੱਕ ਤੰਦੂਰ ਹੁੰਦਾ ਹੈ ਨਾ, ਉਹਦੇ ਵਿੱਚ ਲੱਕੜਾਂ ਪਾਉਂਦੇ ਨੇ, ਅੱਗ ਲਾਉਂਦੇ ਨੇ, then you cook your ਰੋਟੀਆਂ, your naan, whatever you want to do, you do that, right? But you need fire. Fire ਵਾਸਤੇ firewood ਚਾਹੀਦੀ ਆ. Now the firewood can be of sandalwood. That firewood can be a normal firewood, cheap ones. Does it make a difference? ਖਾਣਾ ਹੀ ਪਕਣਾ ਹੈ ਨਾ,
ਕਹਿੰਦੇ ਜਿਨ੍ਹਾਂ ਨੂੰ ਪ੍ਰੇਮ ਹੋ ਜਾਂਦਾ ਹੈ ਨਾ ਉਹ ਸੁੱਕੀ ਰੋਟੀ ਵੀ ਖਾ ਕੇ ਖੁਸ਼ ਹੁੰਦੇ ਨੇ। ਜਿਨ੍ਹਾਂ ਨੂੰ ਪ੍ਰੇਮ ਨਹੀਂ ਹੁੰਦਾ ਨਾ ਉਹਨਾਂ ਨੂੰ ਸਾਰੇ ਘਿਓ ਜਿੰਨਾ ਮਰਜ਼ੀ ਲਾ ਕੇ ਦੇ ਦਿਓ, ਚੋਪੜੀਆਂ ਦੇ ਦਿਓ, ਕੜਾ ਦੇ ਦਿਓ, ਉਹਨੂੰ ਸਵਾਦ ਹੀ ਨਹੀਂ ਆਉਣਾ, ਬਿਕੋਜ਼ ਪ੍ਰੇਮ ਹੈ ਨਹੀਂ। ਸੋ ਕਹਿੰਦੇ ਜਿਵੇਂ ਚੁੱਲ੍ਹੇ ਵਿੱਚ ਅੱਗ ਆਉਂਦੀ ਆ, ਹੁਣ ਦੇਖੋ ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਆ ਨਾ ਉਹ ਸੁੱਕੀ ਰੋਟੀ ਖਾ ਕੇ ਵੀ ਬਹੁਤ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਜਿਹੜੇ ਪਰਮਾਤਮਾ ਨੂੰ ਨਹੀਂ ਪਿਆਰ ਕਰਦੇ ਨਾ ਉਹ ਸਾਰੇ ਸਵਾਦ ਖਾ ਕੇ ਵੀ ਉਹਨਾਂ ਨੂੰ ਕੋਈ ਸਵਾਦ ਹੀ ਨਹੀਂ ਆਉਂਦਾ। This is the difference. Now you can imagine from here that without love, whether you are eating a tasteless food or a tasty food, there is no difference. Because ਉਹਨਾਂ ਵਾਸਤੇ ਕੀ ਆ, ਅੱਗ ਜਿਵੇਂ ਲੱਕੜਾਂ ਨੂੰ ਜਾਂਦੀ ਆ ਅੱਗ ਲਾਉਣ ਵਾਸਤੇ, ਥੋੜੇ ਢਿੱਡ ਦੀ ਅੱਗ ਬੁਝਾਉਣੀ ਆ ਬਸ। For them body is just a missionary. They don't give attention to this body, they give something which is beyond, because your body is not going to stay here forever, right? You are going to go beyond life. So ਉਹ beyond life ਦਾ ਸਵਾਦ ਹੁਣ ਤੋਂ ਹੀ ਲੈਣ ਲੱਗ ਜਾਂਦੇ। ਇਹ ਪਿਆਰ ਹੈ। So ਪਿਆਰ, another example is when you give a child something which is very cheap, he appreciates it so much. बेचारा अपने मिंजे थल्ले रखेगा, ਉਹਦਾ ਖਿਆਲ ਰੱਖੇਗਾ, ਸਵੇਰੇ ਉੱਠ ਕੇ ਪਹਿਲੀ ਚੀਜ਼ ਉਹਨੂੰ ਦੇਖੇਗਾ। When we grow older we'll ask ਇਹ ਕਿੰਨੇ ਦਾ? Now ਇੱਕ ਬੱਚੇ ਨੂੰ ਤੁਸੀਂ ਇੱਕ ਵਾਚ ਦੇ ਦਿਓ, ਉਹਨੇ ਕਿਤੇ ਨਹੀਂ ਬ੍ਰਾਂਡ ਦੇਖਣਾ, ਉਹ ਕਹੇਗਾ ਵਾਹ ਕਿੰਨੀ ਸੋਹਣੀ ਵਾਚ ਦਿੱਤੀ ਮੈਨੂੰ, ਉਹਨੇ ਪਾ ਕੇ you know you will show people there my watch. But if you give the watch to me, what I will say? Is it Rolex? Is it Omega? ਕੀ ਕੇਸੀਓ ਜੀ ਦੇਤੀ ਮੈਨੂੰ, right? You don't value it, right? Innocence, ਜਿਹੜਾ innocence feeling ਹੁੰਦਾ ਨਾ ਇਹ ਪਿਆਰ 'ਚ ਹੁੰਦਾ। ਜਿਵੇਂ ਕਹਿੰਦੇ ਨਾ ਹੀਰ ਰਾਂਝਾ, ਜਿਹੜੀ ਉਹ ਨਾ ਉਹਨੇ ਲਿਖਿਆ, ਵਾਰਿਸ ਸ਼ਾਹ ਨੇ ਜਿਹੜਾ ਲਿਖਿਆ, ਕਹਿੰਦਾ ਉਹ ਜਿਹੜਾ ਰਾਂਝਾ ਸੀ ਨਾ, ਕਹਿੰਦਾ ਉਹਦੀ ਗਲੀ ਵਿੱਚ ਨਾ ਕਿਤੇ ਉਹ ਜਿਹੜਾ ਹੀਰ ਦੇ ਪਿੰਡ ਚਲਿਆ ਗਿਆ, ਪਰ ਅੱਗੇ ਪਿਛਲੇ ਸਮੇਂ 'ਚ ਨਾ ਪਿੰਡ 'ਚ ਨਹੀਂ ਜਾ ਸਕਦੇ ਸੀਗੇ ਲੋਕ, ਪਹਿਲਾਂ ਫੜ ਕੇ ਕੁੱਟ ਦਿੰਦੇ ਸੀਗੇ, ਯੂ ਨੋ। ਸੋ ਦੇ ਵਨ ਨੋ ਦਿਸ ਆਊਟਸਾਈਡਰ, ਯੂ ਨੋ। ਸੋ ਪਿੰਡ ਤੋਂ ਬਾਹਰ ਖੜਾ ਹੀਰ ਦੇ ਪਿੰਡ ਨੂੰ ਦੇਖ ਰਿਹਾ ਹੈ। ਪਿੰਡ ਦੇ ਉਹਦੇ ਪਿੰਡ ਤੋਂ ਨਾ ਇੱਕ ਕੁੱਤਾ ਚੱਲ ਕੇ ਆਇਆ ਰਾਂਝੇ ਵੱਲ, ਯੂ ਨੋ ਵਾਟ ਰਾਂਝਾ ਡੀਡ ਆ, ਉਹ ਕੁੱਤੇ ਦੇ ਪੈਰਾਂ ਦੀ ਮਿੱਟੀ ਲੈ ਕੇ ਉਹਨੂੰ ਚੁੰਮਦਾ ਸੀਗਾ ਵਿਚਾਰਾ, ਕਹਿੰਦਾ ਤੂੰ ਮੇਰੇ ਹੀਰ ਦੇ ਪਿੰਡ ਤੋਂ ਆਇਆ। See, this is love which is not justified, right? But ਇਹ ਪਿਆਰ, ਉਹ ਤਾਂ ਕੁੱਤਿਆਂ ਦੇ ਲੱਤਾਂ ਨੂੰ ਵੀ ਚੁੰਮਦਾ ਸੀ ਵਿਚਾਰਾ। ਓਕੇ, ਫਿਰ ਦੇਖਿਓ ਹੁਣ ਇਹ ਪਿਆਰ ਦਾ ਟੇਸਟ ਜਿਹੜਾ ਹੈ, ਕਹਿੰਦੇ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਕਹਿਣ ਲੱਗੇ ਦੇਖੋ ਕੀ ਹੋ ਗਿਆ ਜੇ ਮੇਰੇ ਸਰੀਰ ਦੇ ਟੁਕੜੇ ਟੁਕੜੇ ਵੀ ਹੋ ਜਾਣ। ਯੂ ਕੱਟ ਮੀ ਇਨਟੂ ਸਮਾਲ ਪੀਸਸ, ਕਹਿੰਦੇ ਪ੍ਰੇਮ ਜਾਏ ਤਾਂ ਡਰ ਪੈ ਤੇਰੋ ਜਨ, ਪਰ ਮੈਨੂੰ ਇੱਕੋ ਹੀ ਡਰ ਹੈ ਕਿ ਮੇਰੇ ਵਿੱਚੋਂ ਪ੍ਰੇਮ ਨਾ ਚਲਿਆ ਜਾਵੇ। ਯੂ ਕੈਨ ਕੱਟ ਮੀ ਇਨਟੂ ਪੀਸਸ ਬਟ ਡੋਂਟ ਟੇਕ ਮਾਈ ਲਵ ਫਰਮ ਮੀ। ਮੇਰਾ ਪਿਆਰ ਨਾ ਮੇਰੇ ਤੋਂ ਦੂਰ ਲੈ ਕੇ ਜਾ, ਮੈਨੂੰ ਭਾਵੇਂ ਤੂੰ ਟੁਕੜੇ ਟੁਕੜੇ ਕਰਕੇ ਕੱਟ ਦੇ। ਦਿਸ ਇਜ਼ ਵਾਟ ਹੈਪਨ ਟੂ ਸ਼ਹੀਦ ਭਾਈ ਮਨੀ ਸਿੰਘ। ਉਹਨਾਂ ਦਾ ਸਰੀਰ ਬੋਟੀ ਕਰਕੇ ਕੱਟਿਆ ਗਿਆ, ਭਾਈ ਮਤੀ ਦਾਸ ਦਾ ਸਿਰ ਆਰੇ ਨਾਲ ਕੱਟਿਆ ਗਿਆ। ਉਹ ਕਹਿੰਦਾ ਪਰ ਮੇਰਾ ਪਿਆਰਾ ਮੇਰੇ ਸਾਹਮਣੇ ਚਾਹੀਦਾ। I want to see my guru in front of me, ਉਹ ਮੇਰਾ ਪਿਆਰਾ। See, this is the love that you want. ਇਹਦੇ ਬਰਾਬਰ ਤੇ ਹੋਰ ਕੀ ਹੋ ਸਕਦਾ ਹੈ? Okay, so now ਇਹਦਾ ਪਿਆਰ ਦਾ enjoyment ਕੀ ਹੈ? ਕਹਿੰਦੇ ਜੋ ਲੋ ਅਨਰਸ ਬਸ, ਕਹਿਣ ਲੱਗੇ ਜਦੋਂ ਤੱਕ ਆਪਾਂ ਅਨਰਸਾਂ ਦੇ ਵਿੱਚ, ਆਪਾਂ ਹੋਰ ਟੇਸਟ ਦੇ ਵਿੱਚ ਹਰ ਇੱਕ ਚੀਜ਼ ਨੂੰ ਤੋਲਦੇ ਹਾਂ। ਓਕੇ, ਨਾਓ ਵਾਈ ਡੂ ਵੀ ਫੇਲ ਇਨ ਲਵ ਟੂਡੇ? ਵਾਈ ਵੀ ਫੇਲ? ਬਿਕੋਜ਼ ਆਪਾਂ ਮਤਲਬੀ ਬੰਦੇ ਹਾਂ। ਲਵ ਦੇ ਵਿੱਚ ਪਹਿਲੀ ਸ਼ਰਤ ਆ ਨੋ ਮਤਲਬ, ਪੁੱਟ ਯੋਰ ਮਤਲਬ ਅਵੇ। ਤੁਸੀਂ ਮਤਲਬ ਕਰਕੇ ਕਿਸੇ ਨਾਲ ਪਿਆਰ ਨਹੀਂ ਕਰਨਾ, ਤੁਸੀਂ ਪਿਆਰ ਕਰਨਾ ਕਿਉਂਕਿ ਤੁਸੀਂ ਪਿਆਰ ਕਰ ਰਹੇ ਹੋ, ਮਤਲਬ ਕਰਕੇ ਨਹੀਂ ਕਰਨਾ। ਅੱਜ ਆਪਾਂ ਕਿਉਂ ਕਰਦੇ ਹਾਂ? ਮਤਲਬ ਹੈ। ਜੇ ਕਿਸੇ ਨਾਲ ਕੋਈ ਮਤਲਬ ਆ ਉਹਦੇ ਨਾਲ ਪਿਆਰ ਕਰ ਲਓ, ਮਤਲਬ ਨਿਕਲ ਗਿਆ, ਹੀ ਇਜ਼ ਗੋਨ ਔਰ ਸ਼ੀ ਇਜ਼ ਗੋਨ, ਡੋਂਟ ਕੇਅਰ, ਮੇਰਾ ਮਤਲਬ ਨਿਕਲ ਗਿਆ। ਸੋ ਇਹ ਮਤਲਬ ਨੂੰ ਪਾਸੇ ਕਰਨਾ ਪੈਣਾ ਹੈ। ਬਟ ਵੀ ਆਰ ਵੈਰੀ ਅਨਫੋਰਚੂਨੇਟ ਬਿਕਾਜ਼ ਦਿਸ ਵਰਲਡ ਹੈਜ਼ ਬਿਕਮ ਟੂ ਮਤਲਬੀ ਟੂਡੇ। ਵੀ ਆਰ ਟੌਟ ਫਰੋਮ ਵੈਰੀ ਯੰਗ ਏਜ ਵੀ ਤੁਸੀਂ ਮਤਲਬੀ ਬਣਨਾ ਹੈ, ਮਤਲਬ ਕੱਢਣਾ, ਇਹਦਾ ਇਹ ਕੰਮ ਆ, ਇਹਦਾ ਉਹ ਕੰਮ ਕਰਾਉਣਾ, ਇਹ ਕੰਮ ਕਰਾਉਣਾ ਦੁਨੀਆ ਤੇ। ਬਟ ਯੂ ਨੈਵਰ ਸੇਵਡ ਯੋਰਸੈਲਫ। then ਕੀ ਹੁੰਦਾ ਹੈ? when the life goes on you will never understand love। ਫਿਰ ਜਦੋਂ ਠੋਕਰਾਂ ਪੈਂਦੀਆਂ ਬੰਦਾ ਰੋਂਦਾ, ਉਹ ਇਹ ਗੱਲ ਕਿਤੇ ਵੀ ਨਹੀਂ ਸਮਝਦਾ ਵੀ ਲਵ ਹੈ ਕੀ ਸੀ। we always thought love is ਮਤਲਬ, ਵੀ ਆਪਣਾ ਮਤਲਬ ਕੱਢੋ। see that's why you enter into any relationship
If you enter with a cause, then you will fail, definitely. ਉੱਥੇ cause ਨਹੀਂ ਚਾਹੀਦਾ, ਉੱਥੇ ਸਿਰਫ ਪਿਆਰੇ ਚਾਹੀਦਾ ਹੈ ਨਾ। ਸੋ ਕਹਿੰਦੇ ਤੋ ਲੋ ਨਹੀਂ ਪ੍ਰੇਮ ਰਸ, ਜੇ ਹੋਰ ਰਸਾਂ ਦੇ ਵਿੱਚ ਆਪਾਂ ਪੈ ਗਏ ਉੱਥੇ ਪ੍ਰੇਮ ਦਾ ਰਸ, ਪ੍ਰੇਮ ਦਾ ਸਵਾਦ ਨਹੀਂ ਆਉਣਾ। ਜੋ ਲੋ ਆਨ ਧਿਆਨ, ਜਦੋਂ ਕਿਤੇ ਆਪਣਾ ਧਿਆਨ ਹੋਰ ਕਿਸੇ ਵਿੱਚ ਲੱਗਿਆ ਰਵੇ ਨਾ। ਜਸਟ ਇਮੇਜਿਨ, ਉਹੀ ਗੱਲ ਹੈ ਜਿਵੇਂ ਇੱਕ ਇਸਤਰੀ ਘਰ ਬੈਠੀ, ਉਹਦਾ ਪਤੀ ਘਰ ਵਿੱਚ ਹੋਵੇ, ਉਹ ਹੋਰ ਮਰਦ ਦਾ ਸੋਚੇ। In the same way is to us. Will the husband like the wife or not? She's staying with him but she loves somebody else. ਇਹੀ ਗੱਲ ਆਪਣੇ ਨਾਲ ਆ। ਆਪਾਂ ਵੀ ਪਰਮਾਤਮਾ ਦੀਆਂ ਇਸਤਰੀਆਂ ਹੈ ਨਾ, ਆਪਾਂ ਹੋਰ ਨਾਲ ਜਿਹੜਾ ਆਪਾਂ ਰਹਿੰਦੇ ਹਾਂ ਪਰਮਾਤਮਾ ਆਪਣੇ ਅੰਦਰ ਰਹਿੰਦਾ ਹੈ, ਪਰ ਆਪਣਾ ਖਿਆਲ ਕੀ ਹੈ? ਮਾਇਆ ਵਿੱਚ। ਸੋ ਨਾਓ ਵਾਟ ਵੀ ਆਰ ਡੂਇੰਗ, ਵੀ ਆਰ ਚੀਟਿੰਗ ਪਰਮਾਤਮਾ ਡੇ ਐਂਡ ਨਾਈਟ। ਆਪਾਂ ਨੂੰ ਹੋਰ ਦੇ ਨਾਤਾ ਹੀ ਮਾਰਾ ਕਹਿੰਦਾ ਜੋ ਲੋ ਆਨ ਧਿਆਨ, ਆਪ ਹੁਣ ਦੇਖੋ ਆਪ ਦੇ ਨਾਲ ਸਿਹਾਰੀ ਆ, ਦੂਜੇ ਆਪ ਦੇ ਨਾਲ ਔਂਕੜ ਹੈ, ਨਹੀਂ ਦੇਖੀਏ। ਫਿਰ ਜਿਹੜਾ ਆਪ ਦੇ ਵਿੱਚੋਂ ਆਪ ਦਾ ਸਰੂਪ, ਦ ਰੀਅਲ ਸੈਲਫ ਯੂ ਵਿਲ ਨੈਵਰ ਸੀ, ਬਿਕਾਜ਼ ਯੂ ਨੈਵਰ ਲਿਵਡ। ਜਦੋਂ ਗੁਰੂ ਨਾਨਕ ਨਾਲ ਪ੍ਰੇਮ ਕਰੀਏ ਨਾ, ਉਹ ਗੁਰੂ ਨਾਨਕ ਆਪਣੇ ਆਪ ਤੁਹਾਡੇ ਕੋਲ ਆਉਂਦਾ। ਬਟ ਇਹ ਪ੍ਰੇਮ ਜਿਹੜੀ ਚੀਜ਼ ਆ ਨਾ, ਜਦੋਂ ਤੱਕ ਤੁਸੀਂ ਅੱਖੀਂ ਨਹੀਂ ਨਾ ਦੇਖਦੇ ਕਿਸੇ ਨੂੰ ਪ੍ਰੇਮ ਕਰਦੇ ਨੂੰ, ਯੂ ਵਿਲ ਨੈਵਰ ਅੰਡਰਸਟੈਂਡ। ਜੇ ਕਿਸੇ ਨੂੰ ਦੇਖੀਏ ਨਾ, ਜੇ ਦਰਸ਼ਨ ਹੋ ਜਾਣਾ। ਇੱਕ ਮਾਈ ਹੁੰਦੀ ਸੀ ਬ੍ਰਿਸਬੇਨ ਨਾ, that ਮਾਈ I met her, she was like 80 years old. ਉਹ ਜਿਹੜੀ ਸੀਗੀ ਨਾ, ਉਹਨੂੰ ਮਿਲੇ ਤੇ ਉਹ ਜਿਹੜੀ ਸੀਗੀ ਨਾ ਵਿਚਾਰੀ ਨਾ ਰੋ ਕੇ ਨਾ ਮੇਰੇ ਕੋਲ ਇੱਕ ਦਿਨ ਬਹਿ ਗਈ ਹੈ ਨਾ। ਉਹਨੇ ਰੋ ਕੇ ਮੈਨੂੰ ਦੱਸਿਆ ਨਾ, ਕਹਿੰਦੀ ਨਾ ਮੈਂ ਹਮੇਸ਼ਾ ਮੇਰੇ ਜ਼ਿੰਦਗੀ ਵਿੱਚ ਸਿਰਫ ਇੱਕੋ ਚੀਜ਼ ਮੈਂ ਦੇਖਣੀ, ਮੈਂ ਗੁਰੂ ਨਾਨਕ ਨੂੰ ਦੇਖਣਾ। Before my eyes close, before my life ends, I want to see Guru Nanak in his form. ਉਹਨੇ ਵਿਚਾਰੀ ਨੇ ਕਹਿੰਦੀ ਮੈਂ ਬਹੁਤ ਪਾਠ ਕੀਤੇ, ਕਹਿੰਦੀ ਦਿਨ ਰਾਤ I do ਪਾਠ, ਮੈਂ ਅਰਦਾਸ ਇਹੀ ਕਰਦੀ ਹਾਂ, ਗੁਰੂ ਨਾਨਕ ਤੂੰ ਮੈਨੂੰ ਦਰਸ਼ਨ ਕਿਦੋਂ ਦਿਓ, when can I see you? ਕਹਿੰਦੀ ਇੱਕ ਵਾਰ ਅੰਮ੍ਰਿਤ ਵੇਲੇ ਉੱਠੀ, and that was the day that she never even thought of meeting Guru Nanak, and Guru Nanak was standing there in front of her. ਸਾਹਮਣੇ ਆ ਗਏ, ਕਹਿੰਦੀ ਮੈਂ ਐਨ ਦੇਖਿਆ ਮਹਾਰਾਜ ਖੜੇ, ਕਹਿੰਦੀ ਉਸ ਵੇਲੇ ਮੈਂ ਮਹਾਰਾਜ ਦੇ ਦਰਸ਼ਨ ਕਰਕੇ, and then I felt that I should go and ਮੱਥਾ ਟੇਕ to ਮਹਾਰਾਜ। ਕਹਿੰਦੀ ਮੈਂ ਕੋਲ ਜਾਂਦੀ ਹਾਂ ਮਹਾਰਾਜ, God, until the last breath, we did the last reras with her, in the hospital in Brisbane, and she, until the last tear, she told me that ਉਹੀ ਗੁਰੂ ਨਾਨਕ ਹੈ, ਉਹਨੂੰ ਮੈਂ ਦੇਖ ਲਿਆ। ਹੁਣ ਕਹਿੰਦੀ ਗੁਰੂ ਨਾਨਕ ਬਾਹਰ ਨਹੀਂ, ਮੇਰੇ ਅੰਦਰ ਹੀ ਆ, ਮੈਂ ਉਹਨੂੰ ਅੰਦਰ ਹੀ ਦਰਸ਼ਨ ਕਰ ਲਿਆ। This is love. ਇਹਨੂੰ ਕਹਿੰਦੇ ਆ ਪਿਆਰ। ਜਿੱਥੇ ਤੁਹਾਨੂੰ ਸਭ ਕੁਝ ਫਿੱਕਾ ਲੱਗੇ, ਇੱਕ ਗੁਰੂ ਦਾ ਪਿਆਰ ਹੀ ਸੱਚਾ ਲੱਗੇ, ਉਹ ਪਿਆਰ। ਓਕੇ, ਸੋ ਹੁਣ ਦੇਖੋ ਗੁਰੂ ਤੋਂ ਬਗੈਰ ਕੀ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਆ ਨਾ, ਦੇਖੋ ਜੈਸੇ ਬਿਨ ਲੋਚਨ ਬਿਲੋਕੀਏ ਨਾ ਰੂਪ ਰੰਗ। ਕਹਿੰਦੇ ਜੇ ਅੱਖਾਂ ਹੀ ਨਾ ਹੋਣ ਤਾਂ ਤੁਸੀਂ ਕੀ ਦੇਖੋਗੇ? ਨਹੀਂ ਕੁਝ ਦਿਸਣਾ। ਸਰਵਨ ਬਿਹੂਣ ਰਾਗ ਨਾਦ ਨਾ ਸੁਣੀ ਜੀਐ। ਕਹਿੰਦੇ ਜੇ ਕੰਨ ਨਹੀਂ ਹੋਣਗੇ ਤਾਂ ਤੁਸੀਂ ਕੀ ਸੁਣੋਗੇ? ਕੀ ਰਾਗ, ਮਿਊਜ਼ਿਕ, ਟਿਊਨ ਤੁਸੀਂ ਕੀ ਸੁਣ ਸਕਦੇ ਹੋ? ਜੈਸੇ ਬਿਨ ਜਿਹਬਾ ਨਾ ਉਚਰੇ ਬਚਨ। ਕਹਿੰਦੇ ਜੇ ਜੀਭ ਨਾ ਹੋਵੇ ਤਾਂ ਤੁਸੀਂ ਕੀ ਬੋਲੋਗੇ? ਯੂ ਕੈਨ ਇਵਨ ਟਾਕ ਅ ਵਰਡ। ਤੇ ਕਹਿੰਦੇ ਅਰ ਨਾਸਕਾ ਬਿਨ ਬਾਸ ਬਾਸਨਾ ਨਾ ਲੀਜੀਏ। ਜੇ ਨੱਕ ਨਾ ਹੋਵੇ ਕੀ ਵਾਸ਼ਨਾ ਲਓਗੇ? ਹਾਊ ਕੈਨ ਯੂ ਸਮੈਲ? ਤੇ ਫਿਰ ਜੈਸੇ ਬਿਨ ਕਰ ਸਕੇ ਨਾ ਕਿਰਤ ਕਰਮ। ਜੇ ਹੱਥ ਨਾ ਹੋਣ ਤਾਂ ਕੀ ਕੀਰਤੀ ਕਰੋਗੇ? ਕੀ ਕੰਮ ਤੁਸੀਂ ਕਰੋਗੇ? ਚਰਨ ਬਿਹੂਣ ਭੌਣ ਗੌਣ ਕਤ ਕੀਜੀਏ। ਜੇ ਲੱਤਾਂ ਹੀ ਨਾ ਹੋਣ, ਪੈਰ ਨਾ ਹੋਣ ਤਾਂ ਕਿੱਥੇ ਤੁਰ ਕੇ ਜਾਵਾਂਗੇ? ਯੂ ਕੈਨ ਨਾਟ ਗੋ ਐਨੀਵੇਅਰ। ਫਿਰ ਕਹਿੰਦੇ ਆਸਨ ਬਸਨ ਬਿਨ ਧੀਰਜ ਨਾ ਧਰੈ ਦੇ। ਕਹਿਣ ਲੱਗੇ ਦੇਖੋ ਨਾ, ਦੋ ਚੀਜ਼ਾਂ, ਆਸਨ ਹੁੰਦਾ ਹੈ ਖਾਣਾ, ਬਸਨ ਹੁੰਦਾ ਹੈ ਬਸਣ ਵਾਸਤੇ ਘਰ। ਕਹਿੰਦੇ ਇਹ ਦੋ ਚੀਜ਼ਾਂ ਤੁਹਾਡੇ ਕੋਲ ਨਾ ਹੋਣ, ਜਾਂ ਆਸਨ ਤੇ ਬਸਨ, ਆਸਨ ਖਾਣਾ ਤੇ ਕੱਪੜੇ ਨਾ ਹੋਣ, ਤਾਂ ਕਹਿੰਦੇ ਨਾ ਧਰੈ ਦੇ। ਇਹ ਤੇ ਦੇ ਸਰੀਰ ਨਹੀਂ ਰਹਿੰਦਾ, ਮਰ ਜਾਂਦਾ ਹੈ। ਰਾਈਟ, ਇਹਨੂੰ ਖਾਣਾ ਨਾ ਦਿਓ, ਇਹਨੂੰ ਕੱਪੜੇ ਨਾ ਦਿਓ, ਇਹਨੇ ਮਰ ਜਾਣਾ ਹੈ ਨਾ ਸਰੀਰ ਨੇ। ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਪੀਜੀਐ। ਇਸੇ ਤਰ੍ਹਾਂ ਹੀ ਕਹਿੰਦੇ ਜੇ ਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਨਹੀਂ ਨਾ ਪਾ ਕੀਤਾ ਤਾਂ ਕਹਿੰਦੇ ਫਿਰ ਰਸ ਕਿੱਥੋਂ ਪੀਓਗੇ? ਹਾਊ ਵੁੱਡ ਯੂ ਨੋ ਵਟ ਇਜ਼ ਪ੍ਰੇਮ ਰਸ, ਵਟ ਇਜ਼ ਦ ਲਵ ਇਨ ਇਟਸ ਓਰੀਜਨਲ ਕੰਟੈਕਸਟ? ਲਵ ਹੁੰਦਾ ਕੀ ਜੇ ਤੁਸੀਂ ਗੁਰੂ ਸ਼ਬਦ ਨਾਲ ਨਹੀਂ ਪ੍ਰੇਮ ਕੀਤਾ ਨਾ? ਪ੍ਰੇਮ ਵੀ ਦੋ ਦਫਾ ਹੁੰਦਾ ਹੈ। ਦੇਖੋ, ਇੱਕ ਹੁੰਦਾ ਇੱਕ ਤਰਫਾ ਪ੍ਰੇਮ। ਇੱਕ ਤਰਫਾ ਪ੍ਰੇਮ ਹੁੰਦਾ ਹੈ ਜਿਵੇਂ ਮੱਛੀ ਨੂੰ ਪਾਣੀ ਨਾਲ ਪ੍ਰੇਮ ਹੈ, ਪਾਣੀ ਨੂੰ ਮੱਛੀ ਨਾਲ ਪ੍ਰੇਮ ਨਹੀਂ ਹੈ। ਅੱਗ ਦੀ ਲਾਟ ਨੂੰ ਪਤੰਗੇ ਨਾਲ ਕੋਈ ਪ੍ਰੇਮ ਨਹੀਂ, ਪਤੰਗੇ ਨੂੰ ਅੱਗ ਦੀ ਲਾਟ ਨਾਲ ਪ੍ਰੇਮ ਹੈ। ਉਹਨੂੰ ਕਹਿੰਦੇ ਇੱਕ ਤਰਫਾ, ਵਨ ਸਾਈਡਡ ਲਵ।
पर अपना गुरु नानक दे नाल दो तरफा प्रेम है, जिन्ना तुसी करोगे महाराज तुहानू उन्ना ज्यादा कर दे। चरण शरण गुर एक पैंदा जाए चल, सतगुरु कोट पैंदा आगे होए लेत है। एक नहीं हजारां कदम गुरु थोड़े कोल आएगा जे तुसी एक कदम पुटो। दैट इज हाउ गुरु महाराज इज so merciful to you। फिर देखो हुण गुरु हरराय साहब जी की साखी आउंदी है। गुरु हरराय साहब सच्चे पातशाह जी किरतपुर विच हन। महाराज जी हुण महाराज नूं मिलण वास्ते तां बहुत लोग आउंदे ने। एंड सतगुरु सच्चे पातशाह जी ना कि फिर सवेर दा नाश्ता करके महाराज जी ना जंगलां नूं चले जांदे सन। उत्थों जानवरां नूं पकड़ करके महाराज एक जू बनाया होया सी, महाराज जी उत्थे रखदे सन। सो इस तरह करदियां होया ना एक बुढ़ी माई सी बेचारी, बहुत बुढ़ी कल्लियो सी बेचारी, उहदा अगे पिछे कोई नहीं सीगा। इन्नी गरीब बेचारी को ना आप खाने वास्ते भी कोई दाल दा दाना नहीं, ना कोई रोटी सी उहदे कोल। एंड वन डे व्हाट शी डिड, शी वेंट टू समबॉडीज हाउस। उत्थे जाके बेचारी ने काम कीता, 2 पैसे कमाए। 2 पैसे कमा के बेचारी ने आटा लियांदा। आटा लिया के ते थोड़ा जिहा जिहड़ा हन भाजी दाल जिहड़ी 2-4 दाने जिहड़े सीगे उहनूं तड़का ला के उहने बना लिया। ते फिर उन्हें परौंठे विच वो दाल रख के विच अचार रख के बेचारी ने वो रमाले विच ना, रमाला हुंदा क्लॉथ दे विच आपां बंद कर लैंदे हैं। सो क्लॉथ विच बंद करके ना बेचारी ने कहंदी अज मैं गुरु हरराय साहिब नूं छकाउणा। पर जदों बेचारी किरतपुर साहिब जांदी है ना, क्योंकि गुरु हरराय साहिब वास अ सवीन, महाराज जी एक पातशाह वर्गे लगे सन। महाराज दा रूप जिहड़ा सीगा, महाराज कलगी सजाउंदे सीगे, घोड़े ते सवार हुंदे सीगे। सो महाराज दे कोल जाना भी बहुत औखा। To go near Maharaj is very difficult because Maharaj was surrounded by 2200 horseback army सी महाराज हर वेले गुरु हरराय साहिब जी दे। सो बेचारी आई तां पहुंच गई बेचारी उत्थे, जो देखिया इन्ना इकट्ठ होया होया, महाराज घोड़े ते सवार होए, चढ़े जाण वास्ते तैयार, ते नाल सिख जिहड़े हन उन्होंने घेरिया होया महाराज नूं हर पासे तो। ते बेचारी खड़ के उत्थे सोचण लगी मेरी रोटी महाराज क्यों खाणगे गरीबन दी। नहीं महाराज तो चंगे चंगे भोजन मिलते हैं, ये गरीबन की रोटी सुकी रोटी महाराज क्यों खाणगे। बेचारी उत्ते खड़ी ना अरदासां करी जावे कि पातशाह मेरा ये प्यार है, महाराज कृपा करके कबूल कर लो। वो कॉर्नर ते खड़ी ते महाराज अज जो अपने निकले ना अपने महलों विचों, महाराज जी घोड़े ते निकले, सिखां नूं कहंदे पासे हो जाओ, इत्थे डिको मैं आउणा थोड़े। ते महाराज अपना घोड़ा भजा के ना माई कोल लै गए। ते माई कोल पहुंच के ना महाराज घोड़े ते बैठे, माई थल्ले आ, बेचारी अखां मीच के बैठी नो, वो ध्यान विच जुड़ी हुई। हुण पता नहीं महाराज कोले आके खड़ गए गुरु हरराय साहिब जी ते कहंदे माता मैनूं बहुत भुख लगी है, लिया परौंठा जरा लैके आई है। ते महाराज नूं उहने बेचारी बहुत खुश होई ना, हुण पता लगे मैं मत्था टेकां कि परौंठा फड़ावां। हुण ते महाराज नूं जल्दी जल्दी परौंठा फड़ा के बेचारी ने पैरां ते मत्था टेकिया चरणां ते फिर महाराज ने ना खोल के ना घोड़े ते बैठिया ना एक एक बुरकी खांदे, माई बहुत स्वाद है, अज तू साडी भुख मिटाती। महाराज खाई जांदे ने ते माई देख देख के महाराज दे दर्शन करिए, बेचारी रो रही है, कहते देखो महाराज ने मेरी सुक्की रोटी खा रहे ने। ते सिख सारे देख के बड़े हैरान ने। ते की होया, महाराज जी प्रसादा छक के माई नूं वर दे के महाराज जी चले गए। हुण सिखां ने जाके महाराज नूं पुछया महाराज थोड़ी मर्यादा, बिकॉज ये मर्यादा है ना, महाराज किते भी घोड़े ते बह के कुछ नहीं छकदे सन। दैट इज द मर्यादा, जदों भी छकना थल्ले बह के पुंजे। ये ना जिहड़ा कल्चर है ना थल्ले बह के छकण दा, ये अन्न दा रिस्पैक्ट है। ताई कई थावां ते आउंदा ना महाराज जी चौंकी ते, महाराज दा लंगर चौंकी ते हुंदा है, महाराज थल्ले बहिंदे, चौंकड़ी मार के लंगर छकना, ये लंगर दी मर्यादा है। एंड नॉट इन सिक्खी नो, दिस इज इंडियन दी फिलोसॉफी तो चली आ रही है। सो महाराज किते भी घोड़े ते बह के कुछ नहीं खांदे सन, अज महाराज ने खा लिया। सिखां ने पूछा महाराज तुसीं क्यों खाधा, थोड़ी तो मर्यादा है थल्ले बह के खाण दी, अज तुसीं अपनी मर्यादा नूं आपे उलंघना कीती। महाराज चुप रहे, महाराज कुछ नहीं बोले। महाराज जी वापस आ गए ते दूसरा दिन होया, महाराज जी फिर निकले। की होया ना, सिख बहुत आगे भोजन लगे, कहते महाराज साडा भी उन्होंने पता लग गया ना भी महाराज घोड़े ते बह के खा लेंदे आ। वो बहुत सिख आगे लैके कहना महाराज साडा भी लै लो, साडा भी लै लो। महाराज कहते तुहानूं होया की है, मर्यादा थल्ले बह के खाण दी है, तुसीं घोड़े ते मैं असीं घोड़े ते सवारा हुण नहीं असीं कुछ भी छकना। वो कहते महाराज कल क्यों खादा सी। ते महाराज कहन लगे, कहंदे भाई देखो, कहंदे कल वो भोजन नहीं सी, वो प्यार सी। कहंदे जदों मेरा सिख मेरे नाल प्यार करे ना, आई कैन नॉट से नो। जदों मेरा सिख मेरे नाल प्यार करे ना, आई विल ब्रेक एवरी रूल इन द वर्ल्ड। प्यार कर, मैं प्यार तो जिहड़ा हाँ, कहंदे प्यार दे नाल ही आपां चलदे आ। जे प्यार होगा कहंदे नो प्रॉब्लम, कुछ भी हो सकता है। वो कहंदे ना प्रेम दे विच सब जायज़ है, पर
इन द ट्रू मैन यही चीज़ है ना, महाराज कहते प्रेम। हुण देखो यही साखी जी है महाराज ने की, तो गुरु साहिब जी ऐसा ही करते रहे। हुण अगे भी साखी आओगे आप विचारांगे। जिवें एक दिन ना कहते संत जरनैल सिंह खालसा पिंडरा वाले ना कहते वो निकले, तो एक माई भज के आई गिलास लैके। हुण देखो संत जरनैल सिंह जिहड़े हुंदे सी ना, वो किसी बाहर का कुछ नहीं पींदे सी, खांदे नहीं सी कुछ भी, तो उन्होंने जिहड़ा जो तैयार भी करना सिंघां ने तैयार करना तां वो छकदे सीगे। सो अज निकले एक माई लैके आई, कहते मां संतां दे मूहरे रखता, तो मां संत तुहानूं पता है चाह तां पींदे नहीं सी, चाह कॉफी कुछ नहीं पींदे सी, जस्ट मिल्क। ओके, सो की होया कि कैफीन है वो सो नहीं पींदे सीगे। सो चाह लैके आ गई महाराज साहब ने, संतां ने सामने, संतां ने चक के पी ली। सिख कह लगे संत जी तुसीं तो मर्यादा उल्लंघन करती। कहते प्यार है, प्यार नूं मैं किवें ना करा। जिथे प्यार आ जाता है कहते उत्थे ना नहीं हुंदी, उत्थे तां सिर्फ प्यार ही देखिया जाता है। सो प्यार विच इन्नी शक्ति है। द पॉइंट दैट वी आर ट्राइंग टू मेक इज that Paramatma will break every rule in the world if you say your karma cannot be changed. ਆਪਾਂ ਕੀਤਾ ਨਾ ਪ੍ਰਾਲਬੱਧ ਕਰਮ cannot be changed, ਪਰ ਜੇ ਕਿਤੇ ਤੁਸੀਂ ਪਰਮਾਤਮਾ ਨਾਲ ਪਿਆਰ ਕਰ ਲਓ, ਪਰਮਾਤਮਾ ਉਹ ਵੀ ਤੁਹਾਡਾ ਤੋੜ ਦੇਗਾ। ਐਗਜ਼ੈਕਟਲੀ ਉਵੇਂ ਹੋ ਹਰ ਇੱਕ ਮਰਿਆਦਾ ਨੂੰ ਮਹਾਰਾਜ ਜੀ ਤੋੜ ਦਿੰਦੇ ਨੇ ਜਿੱਥੇ ਪਿਆਰ ਆ ਜਾਵੇ। ਬਟ ਪਿਆਰ ਸੱਚਾ ਹੋਵੇ ਨਾ, ਬਿਕੋਜ਼ ਮਹਾਰਾਜ ਨੂੰ ਤਾਂ ਪਤਾ ਹੈ ਸੱਚੇ ਤੇ ਝੂਠੇ ਪਿਆਰ ਦਾ, ਉਹਨੂੰ ਤਾਂ ਨਹੀਂ ਆਪਾਂ ਧੋਖਾ ਕਰ ਸਕਦੇ ਨਾ। ਸੋ इस तरह करके देखो हुण प्यार जिहड़ा है ये जिहड़ी बॉडी है ना, सब तो वधिया, सब तो चंगा, सब तो प्रैशस गिफ्ट परमात्मा दा आपां नूं ये बॉडी दित्ती है ना। बट ये बॉडी जिहड़ी है इज इन अ फिक्स टाइम, ये बॉडी जिहड़ी इन अ फिक्स टाइम दे विच है, एंड फिक्स कर्म भी है इहदे, जिहड़ा कुछ इहनूं सुख दुख मिलना ऑल फिक्सड। ये एक जिहड़ा हन बाउंड्रीज विच चलदी है, स्टार्ट एंड एंड। ये बॉडी जिहड़ी है हुण ये बॉडी जिहड़ी है काउंट ऑफ ब्रेथ इज योर लाइफ। सो वंस यू एग्जॉस्ट दैट काउंट यू डाई, नो मैटर वेयर यू आर, व्हाट यू डू, व्हाट नॉट, सारा गॉन। श्वास मुक गए, काम मुक गया, राइट, दैट्स लाइफ। बट देखो लाइवलीहुड जिहड़ी वेल्थ है अपनी, हुण देखो वेल्थ है, आप कहते मेरे को पैसा 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 बिना मैं जी नहीं सकता, ये आ वो आ। बट पैसा तुहाडा कित्थों तक आ, जिथों तक तुहाडे श्वास ने। If you have 1 million, if you have 1 trillion, the limit is your breath. Your breath ends, everything ends. जिथे 100,000 मुक जाना है और जिथे नो वैल्यू हो जाना, उथे 1 trillion भी नो वैल्यू हो जाना। So everything will go. So your breath, your life is the most precious thing. But within this lifetime, within the karma that you have brought, within whatever you have, सब तो वधिया चीज थोड़े वास्ते गिफ्ट की आ प्यार। जे तुसी गुरु नाल प्यार कर लो, यू हैव सक्सेसफुली डन योर लाइफ। इफ यू हैव एवरीथिंग एल्स बट यू डोंट हैव लव, देन यू हैव फेल्ड योर लाइफ। गल सिंपल है। देखो कितना जरूरी है। देखो हुण महाराज दा प्यार कितना है, महाराज बाणी च दसदे हैं, तू चौ सज्जन मैडिया, कह लगे तू मेरा सज्जन है, तू मेरा प्यारा है, आई लव यू परमात्मा, आई लव यू, तू मेरा है। दई सिस उतार, मैं ना सर वड के तेरे कदमां ते रख दवां, मैं सर वड के तेरे कदमां ते रख दवां। ते कहंदे नैन महंजे तरसदे, मेरे अखां तरसदियां हन, कद पसी दीदार, मैं तन्नू देखना चाहुंदा। आए जिहड़ा हन मेरियां अखां तन्नू तेरे दर्शनां नूं तरसदियां हन, ते जे तेरे दर्शन हो जाण, यू आस्क फॉर माई हेड, आई विल गिव यू माई हेड, मैं एक शीश भी तुहाडे चरनां विच रख दवां, एक दर्शना वास्ते। दिस इज द वैल्यू ऑफ दर्शन। देखो फिर अवस्था की हुंदी है प्यार दी अवस्था। इत्थे ही देखा जरा हाँ कितना सोहना लिखिया ना, प्रेम अंबोध एक ग्रंथ है जिहड़ा कि गुरु गोबिंद सिंह सच्चे पातशाह जी के दरबार विच एक कवि ने लिखिया है, प्रेम अंबोध। ओके, ये पुरातन ग्रंथ है, गुरु गोबिंद सिंह दे कवि ने लिखिया होया ग्रंथ है। ओके, ते ये ग्रंथ दे विच लिखिया, देखो कितना सोहना वो लिखदा है कवि। मैं चाहूं लिखूं प्रेम की बाता, कहंदा मैनू जी करदा है मैं प्रेम नू डिस्क्राइब करा, मैं प्रेम नू लिखां, लिख के दसां दुनिया नू हाउ गुड इज प्रेम। पर कहंदा की हुंदा है, अंसू झार कागत गर जाता, जदों मैं प्रेम की गल करन लगदा ना, मेरे अथरू मेरे टीयर्स आउण लग पैंदे ने, ते मेरा कागज ना गल जांदा है, वो लिखण जोगा नहीं रह जांदा, मेरे असूआं दे नाल वो गल जांदा है। फिर कहंदा ना, प्रेम बचन कच लागो उचरै,
फिर मेरा किते वो वलवला उठता है कि मैं कोई प्रेम की गल कर देवां, मैं प्रेम नूं अपने वर्बली प्रगट कर देवां, तां कहंदे तर्क कलेजे आहे पुकारे, वो दिल विच आके इह जी करक उठदी है कि मैं फिर बोलण जोगा नहीं रह जाता, बिकॉज आई नो वट आई स्पीक अबाउट लव इज नॉट गोइंग टू बी इनफ। फिर देखो अगे, प्रेम की सुरत जबै मन आवे, जो प्रेम की सुरत प्रेम का फॉर्म मेरे सामने आता है, तन मन शकल बिसर तब जावे, फिर मैं अपना सारा शरीर भी भुल जाना है, आई गो नम। फिर जे स्वरूप मेरे सामने आ जाए, आई विल गो नम, मैं पता ही नहीं लगता मेरे बांह कितने है, हथ कितने है, मेरी अखां कितने है। देखो प्रेम की चीज है। फिर लिखता है ना, प्रेम की बाता कान जब परै, जो प्रेम की गल कन विच पैंदी है ना, तां कहंदे मन पत्थर ओला जो गरे, जिवें आइस दी डली बाहर रखो वो गल जाती है ना, कहंदे जदों प्रेम की गल मेरे कन विच पैंदी है, मेरा मन ना टल जाता है, इट लूज इट्स एग्जिस्टेंस, उत्थे मन ही नहीं रहिंदा। सो हाउ विल आई नो, मैं वो बात नूं किवें समझांगा? I can never understand it because my mind is no more there. It has melted like an ice. फिर कहंदे प्रेम उचार रसना जब आवे, जदों मेरा जी कहता मैं जीव दे नाल प्रेम दी गल करा, तां कहंदे गदगद होए कच कहन ना आवे, फिर मेरी जिहड़ी जीभ गदगद हो जांदी, आई कैन नॉट स्पीक। जो गूंगे की मठियाई कहंदे आ ना, की दसांगे ओदा स्वाद की? गूंगे नूं मठियाई खिला दो, पुछो की स्वाद आया, बेचारा की दसेगा? कहंदे गदगद हो जांदा मेरी जीभ, आई कैन इवन सी इट। सो दिस इज प्रेम, ये प्रेम है। सो इहदी कथा जिहड़ी है एकेडमी वालों हो गई है, बिकॉज द लास्ट, बिकॉज प्रेम अबोध विच की है, ये भगतां दीयां स्टोरियां आउंदियां जिन्हां ने परमात्मा नाल प्रेम कीता। इन द परसपैक्टिव ऑफ लव, वो भगतां दे जीवन आउंदे ने इहदे विच कि भगतां ने किवें परमात्मा नूं प्यार कीता। उहदे च मीराबाई दी भी आउंदी है, कई होर साखियां आउंदियां ने, ते बहुत सोहणी लिखी है। सो इहदी लास्ट साखी रह गई, वी विल रिलीज इट वेरी सून, इहदी कथा होगी। चलो फिर की, निहो महंजा तो नाल, कह लगे देखो ना, कहते निहो मेरा प्यार है थोड़े नाल, कहते बिया नहीं कुड़ावे देख, कहते होर सारे जिन्ने भी प्यार ने झूठी है, एवरीथिंग एल्स इज फॉल्स, सारे मतलबी ने, सारे ने अपना मतलब कढ़ना होंदा है, सच्चा प्रेम तो नहीं ना है। कहते फिर कपड़ भोग डरावने, कहते ये जिहड़े कपड़े ने, ये भोग ने, जिहड़े खाण वालियां सोहणियां सोहणियां चीज़ां सस्टेनन वास्ते, लग्जरी लाइफ वास्ते, जिचर पिरी ना डे, कहते सारे जहर ने, ये कुछ भी नहीं है। प्रेम तो बगैर तो बंदे को कुछ भी नहीं हुंदा, ते जे प्रेम होवे कुछ भी ना होवे तां भी बहुत कुछ हो जाता है। प्रेम ऐसी चीज़ है, जदों प्रेम का विछोड़ा पैंदा है, उन्हें कहते बिरहा, सपरेशन ऑफ लव। फिर की हुंदा है, उहदे विच भी पावर है। हम देखो ना, एक परसपैक्टिव तो आप देखांगे, जे किते पर जरा प्यार होवे, प्यार हो जावे तो बहुत वड्डी खुशी है। इट्स द ग्रेटेस्ट जॉय ऑफ योर लाइफ इफ यू हैव अ ट्रू लव। बट सपरेशन ऑफ लव, जिन्ना ज़्यादा तुहानू एंजॉयमेंट सी लव दे विच खुशी सी, उन्ना ही दुख हुंदा है जदों सपरेशन हुंदा है। ओके, द गैप विल बी द सेम, जिन्ना प्यार आ दुख भी उड्डा ही होवेगा। If love is the greatest power, then the separation of it will be the powerless state, the greatest powerless state that you have ever gone through. Now, ये दोवां दे विच you are still a winner. You know why? देखो, जदों प्रेम हुंदा है, उदों प्रेम दी खुशी हुंदी है, उदों प्रेम दी दलासा हुंदा मन नूं। जदों प्रेम दा विछोड़ा हुंदा, you thirst for the प्रेम, but प्रेम नहीं जाता, प्रेम उन्ना ही वधदा है, प्रेम उन्ना ही होर वधदा है, उन्ना ही तुहानू होर अपने नाल जोड़दा है। सी है लव तुसी करो, भावें लव तो विछोड़ा भी पै जावे तां भी फायदा है। सी है लव इज द ग्रेटेस्ट पावर, यू विल हैव द ग्रेटेस्ट पावर, बट देन इफ यू लूज दैट लव फॉर द ग्रेटेस्ट पावर, इज द ग्रेटेस्ट पावरलेस स्टेट। वो क्या पै गया ना, पावरलेस, ਉਹਦੇ ਵਿੱਚ ਕੀ ਹੁੰਦਾ, ਪਾਵਰਲੈਸ ਦੇ ਵਿੱਚ ਹੀ ਸਭ ਕੁਝ ਆ ਜਾਂਦਾ। That is what we call ਅਨਹਦ ਧੁਨ। ਅਨਹਦ ਧੁਨ ਦੀ ਅਵਸਥਾ ਕਿੱਥੋਂ ਆਉਂਦੀ ਹੈ, ਜਦੋਂ ਗੈਪ ਪੈ ਜਾਂਦਾ ਹੈ। ਤਾਂ ਹੀ ਤਾਂ ਉਹਨੂੰ ਕਹਿੰਦੇ ਆ ਸੁੰਨ ਅਵਸਥਾ, ਸੁੰਨ, ਨਥਿੰਗ, ਸੁੰਨ ਹੋ ਜਾਂਦਾ। ਓਕੇ, ਸੋ ਦੇਖੋ ਬਿਰਹਾ ਇਜ਼ ਆਲਸੋ, ਤਾਂ ਇਹ ਦੋਵੇਂ ਚੀਜ਼ਾਂ, ਕਈ ਲੋਕ ਕਹਿੰਦੇ ਆਈ ਡੋਂਟ ਲਵ ਲਵ ਬਿਕਾਜ਼ ਹਾਂ ਇਟ ਬ੍ਰੇਕਸ ਮਾਈ ਹਾਰਟ, but actually breaking the heart is also a kind of power। ਉਹ ਵੀ ਇੱਕ ਚੰਗੀ ਚੀਜ਼ ਹੈ। alright, so okay, ਹੁਣ ਦੇਖੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਦੇ ਵਿੱਚ, ਦਸਮ ਗ੍ਰੰਥ ਦੇ ਵਿੱਚ ਇੱਕ ਬਾਣੀ ਹੈ ਨਾ,
ਜਿਹੜੀ 24 ਅਵਤਾਰਾਂ ਵਿੱਚ ਆਉਂਦੀ ਆ, ਕ੍ਰਿਸ਼ਨਾ ਅਵਤਾਰ। ਕ੍ਰਿਸ਼ਨਾ ਅਵਤਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉਹ ਦੱਸਦੇ ਨੇ, ਜਦੋਂ ਕ੍ਰਿਸ਼ਨ ਭਗਵਾਨ ਜਿਹੜੇ ਹਨ ਗੋਪੀਆਂ ਨੂੰ ਛੱਡ ਕੇ ਚੱਲੇ ਸਨ, they were leaving the gopis behind and he was going to take over the raj or to kill his mama Kansa, ਜਿਹੜਾ ਸੀਗਾ ਉਹਨੂੰ ਮਾਰਨ ਵਾਸਤੇ ਚੱਲੇ ਸੀਗੇ। and he was going for good, ਮਥੁਰਾ ਨੂੰ ਚੱਲੇ ਸੀਗੇ, ਹਾਂਜੀ। ਸੋ ਪਹਿਲਾਂ ਦੁਆਰਕਾ, ਫਿਰ ਮਥੁਰਾ। ਸੋ ਓਕੇ, ਸੋ ਉਹ ਜਿਹੜਾ ਸਮਾਂ ਸੀ ਨਾ ਜਦੋਂ ਉਹਨਾਂ ਨੇ ਗੋਪੀਆਂ ਨੂੰ ਛੱਡਿਆ, ਗੁਰੂ ਗੋਬਿੰਦ ਸਿੰਘ ਬਹੁਤ ਸੋਹਣਾ ਲਿਖਦੇ ਆ, ਦ ਇਮੋਸ਼ਨਲ ਸਟੇਟ ਆਫ ਲਵ। ਪਹਿਲੀ ਪੰਕਤੀ ਆਉਂਦੀ ਹੈ ਨਾ, ਜਬ ਹੀ ਚਲਬੇ ਕੀ ਸੁਣੀ ਬਤੀਆ ਤਬ ਗਵਾਰਨ ਨੈਣ ਤੇ ਨੀਰ ਢਰਿਓ। ਕਹਿੰਦੇ ਪਹਿਲੀ ਅਵਸਥਾ ਜਿਹੜੀ ਪਿਆਰ ਦੀ ਹੈ, ਰੋਣਾ ਆਉਂਦਾ ਹੈ। That's why some people say the more you cry the more innocent you are. If you don't cry you become a tyrant. ਤੁਹਾਡਾ ਦਿਲ ਜਿਹੜਾ ਹੈ ਨਾ ਪੱਥਰ ਵਰਗਾ ਹੁੰਦਾ ਹੈ। ਕਹਿੰਦੇ ਜਿਹੜਾ ਬੰਦਾ ਛੱਤੀ ਰੋ ਪਵੇ ਨਾ, ਉਹਦਾ ਦਿਲ ਵਿਚਾਰੇ ਦਾ ਮੋਮ ਵਰਗਾ ਹੁੰਦਾ। ਸੋ ਕਹਿੰਦੇ ਉਹ ਰੋਣ ਲੱਗ ਪਈਆਂ। ਦੂਜੀ ਅਵਸਥਾ, ਗਿਣਤੀ ਤਿਨਕੇ ਮਨ ਵਿੱਚ ਆਈ। ਕਹਿਣਗੇ ਉਹ ਗਿਣਤੀਆਂ ਗਿਣਨ ਲੱਗੀਆਂ, ਸੋਚਣ ਲੱਗੀਆਂ ਵੀ ਕ੍ਰਿਸ਼ਨ ਚੱਲਿਆ, ਕਿੰਨਾ ਚਿਰ ਵਾਸਤੇ ਚੱਲਿਆ ਹੈ। ਮਨ ਕੋ ਸਭ ਆਨੰਦ ਦੂਰ ਕਰਿਓ। ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਦੂਰ ਹੋ ਗਈਆਂ, ਐਨਸਾਈਟੀ ਆ ਗਈ। ਰਾਈਟ, ਸੈਕੰਡ ਸਟੇਜ ਹੋ ਗਿਆ। ਥਰਡ ਸਟੇਜ ਦੀ ਮਹਾਰਾਜ ਗੱਲ ਕਰਦੇ ਆ, ਜਿਤਨੋ ਤਿੰਨ ਮੈਂ ਰਸ ਜੋਬਨ ਥੋ। ਜਿੰਨਾ ਉਹਨਾਂ ਤੇ ਜਵਾਨੀ ਦਾ, ਖੂਬਸੂਰਤੀ ਦਾ, ਉਹਨਾਂ 'ਚ ਬਿਊਟੀ ਜਿੰਨੀ ਸੀ, ਕਿੰਨੀਆਂ ਸੋਹਣੀਆਂ ਸੀਗੀਆਂ, ਉਹ ਸਾਰਾ ਜਿਹੜਾ ਸੀ, ਦੁੱਖੀ ਸੋਈ ਈਦਨ ਮੈਂ ਜਰਿਓ, ਉਹ ਸਾਰੀ ਦੀ ਸਾਰੀ ਦੁੱਖ ਦੀ ਅੱਗ ਵਿੱਚ ਸੜ ਗਈ। ਨਾਓ ਦੇ ਫੀਲ ਦੈਟ ਦੇ ਆਰ ਯੂਸਲੈਸ, ਵਰਥਲੈਸਨੈਸ। ਉਹ ਆ ਗਿਆ ਜੀ ਤੀਜਾ। ਚੌਥਾ ਦੇਖੋ ਹੁਣ, ਤਿੰਨ ਤੇ ਨਹੀਂ ਬੋਲਿਓ ਜਾਤ ਕਛੂ। ਉਹਨਾਂ ਤੋਂ ਵਿਚਾਰਿਆਂ ਤੋਂ ਬੋਲਿਆ ਵੀ ਨਹੀਂ ਜਾਂਦਾ ਕੁਛ ਕ੍ਰਿਸ਼ਨ ਨੂੰ ਕਹਿਣ ਨੂੰ, ਤੂੰ ਨਾ ਜਾ, ਬੋਲਿਆ ਵੀ ਨਹੀਂ ਜਾਂਦਾ। ਮਨ ਕਾਨ ਕੀ ਪ੍ਰੀਤ ਕੋ ਸੰਗ ਜਰਿਓ। ਉਹਨਾਂ ਦੇ ਜਿਹੜਾ ਹਨ ਮਨ ਜਿਹੜਾ ਸੀ ਨਾ, ਉਹਦੀ ਬਿਰਹਾ ਦੀ ਅੱਗ ਵਿੱਚ ਸੜ ਗਿਆ ਵਿਚਾਰੀਆਂ ਦੀ। ਸੋ ਸਪੀਚਲੈਸ ਹੋ ਗਈ। ਸੋ ਦੈਟਸ ਵਾਈ ਲਵ ਇਜ਼ ਸਪੀਚਲੈਸ। ਸੀ ਹਾਊ ਨਾਈਸਲੀ ਗੁਰੂ ਮਹਾਰਾਜ ਨੇ ਦੱਸਿਆ। ਇਹ ਕਮਾਲ ਹੈ। ਮਹਾਰਾਜ ਨੇ ਉਹ ਚੀਜ਼ ਨੂੰ ਦੇਖੋ, ਇੱਕ ਸਪਰੇਸ਼ਨ ਦੇ ਰਸ ਨੂੰ ਕਿਵੇਂ ਮਹਾਰਾਜ ਨੇ ਉਘੇੜ ਕੇ ਦੱਸਿਆ, ਤੇ ਚਾਰ ਅਵਸਥਾ ਵੀ ਦੱਸ ਦਿੱਤੀਆਂ ਇਹਦੇ ਵਿੱਚ, ਇੱਕ ਜਿਹੜਾ ਲਾਈਨ ਸ਼ਬਦ ਦੇ ਵਿੱਚ। ਹੁਣ ਦੇਖੋ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ। ਕਹਿਣਗੇ ਜਿਹੜੇ ਵੀ ਸਰੀਰ ਦੇ ਵਿੱਚ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਨਹੀਂ ਨਾ ਆਉਂਦਾ, ਕਿਉਂਕਿ ਜਿਹਦੇ ਨਾਲ ਪ੍ਰੇਮ ਕਰੀਏ ਦੁੱਖ ਵੀ ਵਿਛੋੜੇ ਦਾ ਉਹਦੇ ਨਾਲ ਹੀ ਆਉਣਾ ਹੈ ਨਾ। ਕਹਿੰਦੇ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਕਹਿਣਗੇ ਉਹ ਸਰੀਰ ਨਹੀਂ ਹੈਗਾ, ਉਹ ਕਬਰ ਆ, ਗ੍ਰੇਵਯਾਰਡ ਆ ਬੰਦਾ, ਜਿਹਦੇ ਵਿੱਚ ਬਿਰਹਾ ਨਹੀਂ ਆਉਂਦਾ ਪਰਮਾਤਮਾ ਦੇ ਵਿਛੋੜੇ ਦਾ। ਕਹਿੰਦੇ ਉਹ ਤਾਂ ਮਸਾਨ ਹੈ। ਕਹਿੰਦੇ ਇੱਕ ਰਾਜਾ ਹੁੰਦਾ ਸੀ, ਉਹ ਰਾਜਾ ਜਿਹੜਾ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਨੇ ਦੱਸੀ ਆਪਣੀ ਸਪੀਚ ਦੇ ਵਿੱਚ। ਕਹਿੰਦੇ ਇੱਕ ਰਾਜਾ ਗਿਆ ਹੋਇਆ ਸੀਗਾ, ਤੇ ਆਪਣੀਆਂ ਰਾਣੀਆਂ ਨਾ, ਉਹਦੀਆਂ ਰਾਣੀਆਂ ਬਹੁਤ ਹੁੰਦੀਆਂ ਨਾ ਕਰਕੇ, ਸੋ ਉਹ ਸਾਰੀਆਂ ਰਾਣੀਆਂ ਨੂੰ ਚਿੱਠੀ ਲਿਖਦਾ ਇੱਕ ਇੱਕ ਨੂੰ ਕਰਕੇ। ਕਹਿੰਦਾ ਦੱਸੋ ਮੈਂ ਤੁਹਾਡੇ ਵਾਸਤੇ ਕੀ ਲੈ ਕੇ ਆਵਾਂ। ਸਾਰਿਆਂ ਨੇ ਲਿਖਿਆ ਮੇਰੇ ਵਾਸਤੇ ਸੋਨਾ ਲਿਆਓ, ਮੇਰੇ ਵਾਸਤੇ ਇਹ ਲਿਆਓ, ਮੇਰੇ ਵਾਸਤੇ ਜੁਲਵਰੀ ਲਿਆਓ। ਇਹ ਲਾਸਟ ਰਾਣੀ ਜਿਹੜੀ ਸਭ ਤੋਂ ਯੰਗ ਸੀ ਨਾ, ਉਹ ਬਹੁਤ ਪ੍ਰੇਮ ਕਰਦੀ ਸੀ ਰਾਜੇ ਨਾਲ। ਉਹਨੇ ਨਾ ਸਿਰਫ ਇੱਕ ਲਾਲ ਮੱਖ ਕਰਕੇ ਨਾ, ਪੇਪਰ ਤੇ ਲਾਲ ਮੱਖ ਕਰਕੇ ਭੇਜਤਾ। ਸੋ ਰਾਜਾ ਸਾਰਿਆਂ ਦਾ ਸਮਾਨ ਲੈ ਕੇ ਆਇਆ, ਅਖੀਰ ਤੇ ਉਹਨਾਂ ਨੂੰ ਦੇ ਵੀ ਦਿੱਤਾ ਆ ਕੇ, ਤੇ ਆਪਣੀ ਛੋਟੀ ਰਾਣੀ ਨੂੰ ਕਹਿੰਦਾ ਮੇਰੀ ਤੇਰੀ ਗੱਲ ਸਮਝ ਨਹੀਂ ਆਈ, ਤੂੰ ਲਾਲ ਮੱਖ ਕਿਉਂ ਕੀਤਾ। ਕਹਿੰਦੀ ਮੈਨੂੰ ਲਾਲਸਾ ਹੈ ਤੁਹਾਡੇ ਦਰਸ਼ਨਾਂ, ਲਾਲਸਾ। ਕਹਿੰਦੀ ਮੈਂ ਤੁਹਾਨੂੰ ਤੁਹਾਡੇ ਦਰਸ਼ਨੇ ਕਰਨੇ, ਆਈ ਡੋਂਟ ਨੀਡ ਐਨੀਥਿੰਗ ਐਲਸ। ਸੋ ਦੇਖੋ ਇਹ ਗੱਲ ਹੁੰਦੀ ਆ ਨਾ, ਜੇ ਤੁਸੀਂ ਕਹੋਗੇ ਨਾ ਵੀ ਮੈਂ ਕੀ ਲੈ ਕੇ ਆਵਾਂ, ਕੀ ਕਰਾਂ, ਹਾਂਜੀ ਥੋੜੇ ਬੰਦੇ ਕਹਿੰਦੇ ਨਾ ਵੀ ਤੂੰ ਆ ਜਾ ਬਸ, ਰਾਈਟ। ਜਾਂ ਕਈ ਕਹਿੰਦੇ ਤੂੰ ਨਹੀਂ ਆਇਆ ਵੀ ਕੋਈ ਨਹੀਂ, ਪਾਰਸਲ ਟੂ ਮੀ। ਲੌਜਿਸਟਿਕ ਸਿਸਟਮਸ ਬਹੁਤ ਚੰਗੇ ਨੇ ਅੱਜ ਕੱਲ੍ਹ, ਤੂੰ ਪੋਸਟ ਕਰਦੀ ਕੋਈ ਨਹੀਂ, ਤੂੰ ਠਹਿਰ ਕੇ ਆ ਜੀ, ਕੋਈ ਟੇਕ ਯੋਰ ਟਾਈਮ। ਸੋ ਇਹ ਗੱਲ ਹੁੰਦੀ ਹੈ ਨਾ, ਇਹ ਪ੍ਰੇਮ ਦਾ ਬਿਰਹਾ ਹੈ। ਹੁਣ ਗੁਰੂ ਅੰਗਦ ਦੇਵ ਜੀ ਦੀ ਸਾਖੀ ਆਉਂਦੀ ਹੈ। ਨਾਓ ਯੂ ਸੀ, ਇਫ ਯੂ ਵਾਂਟ ਟੂ ਰੀਅਲੀ ਅੰਡਰਸਟੈਂਡ ਲਵ ਨਾ, ਤੁਸੀਂ ਗੁਰੂ ਨਾਨਕ ਦਾ ਤੇ ਭਾਈ ਲਹਿਣੇ ਦਾ ਤੁਸੀਂ ਉਹ ਸਾਖੀਆਂ ਪੜ੍ਹੋ, ਫਿਰ ਗੁਰੂ ਅੰਗਦ ਦੇਵ ਜੀ ਦਾ ਤੇ ਗੁਰੂ ਅਮਰਦਾਸ ਦੀਆਂ ਉਹ ਸਾਖੀਆਂ ਪੜ੍ਹ ਕੇ ਦੇਖੋ, ਫਿਰ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੀਆਂ ਪੜ੍ਹ ਕੇ ਦੇਖੋ, ਯੂ ਵਿਲ ਅੰਡਰਸਟੈਂਡ ਵਾਟ ਲਵ ਇਜ਼। ਹੁਣ ਇੱਥੇ ਆਪਾਂ ਤੁਹਾਨੂੰ ਜਿਹੜਾ ਹਾਂ ਥੋੜਾ ਇੱਕ ਸਾਖੀ ਕਹਿੰਦੇ ਆ। ਕਹਿੰਦੇ ਜੋ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਨਾ, ਮਹਾਰਾਜ ਹਜੇ ਜੋਤੀ ਜੋਤ ਨਹੀਂ ਸਮਾਏ ਸੀਗੇ, ਮਹਾਰਾਜ ਵਾਸ ਇਨ ਕਰਤਾਰਪੁਰ, ਗੁਰੂ ਅੰਗਦ ਦੇਵ ਜੀ ਵੈਂਟ ਟੂ ਖਡੂਰ ਸਾਹਿਬ। ਸੋ ਕੀ ਹੁੰਦਾ ਸੀਗਾ, ਗੁਰੂ ਅੰਗਦ ਦੇਵ ਜੀ was in such a state that he doesn't want anything than Guru Nanak himself। ਉਹਨਾਂ ਨੂੰ ਇੰਨਾ ਪਿਆਰ ਸੀ, ਕਹਿੰਦੇ ਰੋਂਦੇ ਹੀ ਰਹਿੰਦੇ ਸੀਗੇ, always the eyes would be with tears, ਵੀ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ, ਮੈਂ ਕਰਤਾਰਪੁਰ ਜਾਣਾ। ਪਰ ਮਹਾਰਾਜ ਨੇ ਕਿਹਾ ਤੁਸੀਂ ਨਹੀਂ ਆ ਸਕਦੇ ਇੱਥੇ,
ਤੁਹਾਨੂੰ ਮਿਲਣ ਵਾਸਤੇ ਅਸੀਂ ਆਵਾਂਗੇ, ਤੁਸੀਂ ਨਹੀਂ ਆਉਣਾ। ਸੋ ਗੁਰੂ ਅੰਗਦ ਦੇਵ ਜੀ ਬਹੁਤ ਜਿਹੜੇ ਹਨ ਕਿਸੇ ਨਾਲ ਗੱਲ ਨਹੀਂ ਕਰਦੇ ਸੀ, ਖਾਣਾ ਨਹੀਂ ਖਾਂਦੇ ਸੀ, ਬਸ ਐਂ ਬੈਠੇ ਰਹਿੰਦੇ ਸੀ ਉਡੀਕ ਵਿੱਚ ਕਿਦੋਂ ਮੇਰਾ ਗੁਰੂ ਨਾਨਕ ਆਏਗਾ। ਇੱਕ ਦਿਨ ਇੰਨਾ ਬਿਰਹਾ ਉਹਨਾਂ ਨੂੰ ਹੋਇਆ, ਇੰਨਾ ਦੁੱਖ ਹੋਇਆ ਵਿਛੋੜੇ ਦਾ। ਗੁਰੂ ਨਾਨਕ ਮਹਾਰਾਜ ਜੀ ਕਰਤਾਰਪੁਰ ਤੋਂ ਤੁਰ ਪਏ, ਉਹ ਗੁਰੂ ਅੰਗਦ ਦੇਵ ਜੀ ਤੁਰ ਪਏ ਖਡੂਰ ਸਾਹਿਬ। ਉਹ ਮਿਲੇ ਆ ਕੇ ਜਿਹੜੇ ਹਨ ਬੇੜੀ ਬਾਬਾ ਬੁੱਢਾ ਜੀ ਜਿਹੜਾ ਅੰਮ੍ਰਿਤਸਰ ਹੈ, ਸੋ ਉੱਥੇ ਆ ਕੇ ਮਿਲ ਪਏ। ਸੋ ਉੱਥੇ ਮਿਲੇ ਤੇ ਮਹਾਰਾਜ ਨੇ ਜਿਹੜਾ ਹਨ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪੁਰਸ਼ਾ, ਕਹਿੰਦੇ ਸਾਡੇ ਜਿਹੜਾ ਹਨ ਤੂੰ ਇੰਨਾ ਸਾਡੇ ਨਾਲ ਪਿਆਰ ਕਰਦਾ ਤੇ ਮਿਲ ਕੇ ਨਾ ਬਸ ਦਰਸ਼ਨ ਹੀ ਕਰਨੇ, ਕੁਝ ਕਹਿਣ ਕੁਣ ਨਹੀਂ ਕੁਝ ਹੁੰਦਾ, ਬਸ ਦਰਸ਼ਨ ਕਰਨੇ ਨੇ। ਮੱਥਾ ਟੇਕਿਆ, ਬੜੇ ਪਿਆਰ ਨਾਲ ਮਿਲੇ। ਚਲੋ ਉਹ ਹੋ ਗਿਆ। ਇੱਕ ਦਿਨ ਗੁਰੂ ਅੰਗਦ ਦੇਵ ਜੀ ਨੂੰ ਹੁਣ ਕਹਿ ਕੇ ਆਏ ਕਿ ਤੂੰ ਕਿਤੇ ਨਹੀਂ ਆਉਣਾ ਸਾਡੇ ਕੋਲ, ਅਸੀਂ ਆਵਾਂਗੇ ਜਦੋਂ ਲੋੜ ਪਈ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ 'ਚ ਬੈਠੇ, ਫਿਰ ਮਹਾਰਾਜ ਨੂੰ ਯਾਦ ਕਰਨ ਲੱਗ ਪਏ। ਗੁਰੂ ਨਾਨਕ ਹੈਵ ਟੂ ਵਾਕ ਫਰਮ ਕਰਤਾਰਪੁਰ ਟੂ ਖਡੂਰ ਸਾਹਿਬ। ਮਹਾਰਾਜ ਤੁਰ ਕੇ ਆਏ, ਆ ਕੇ ਗੁਰੂ ਅੰਗਦ ਦੇਵ ਜੀ ਨੂੰ ਮਿਲ ਕੇ ਕਹਿੰਦੇ, ਹੇ ਪੁਰਖਾ, ਇਹ ਸਰੀਰ ਨਾਲ ਪ੍ਰੇਮ ਨਾ ਕਰ, ਆਪਾਂ ਇੱਕ ਜੋਤ ਆ। ਕਿਉਂ ਤੂੰ ਸਰੀਰ ਨਾਲ ਪ੍ਰੇਮ ਕਰਦਾ? ਕਿ ਇੰਨਾ ਪ੍ਰੇਮ ਤੈਨੂੰ ਸਾਡੇ ਸਰੂਪ ਦੇ ਨਾਲ, ਤੂੰ ਤਾਂ ਸਾਡੇ ਨਾਲ ਇੱਕ ਹੋ ਗਿਆ, ਤੂੰ ਸਾਡਾ ਅੰਗ ਬਣ ਗਿਆ ਹਾਂ। ਪਰ ਗੁਰੂ ਅੰਗਦ ਦੇਵ ਜੀ ਕਹਿੰਦੇ ਪਿਆਰ ਦੀ ਕੋਈ ਹੱਦ ਹੁੰਦੀ ਹੈ। ਕਹਿੰਦੇ ਮੈਨੂੰ ਤਾਂ ਸਿਰਫ ਤੁਹਾਡੀ ਹੀ ਦਰਸ਼ਨ ਕਰਨੇ, ਆਈ ਡੋਂਟ ਸੀ ਐਨੀਥਿੰਗ ਐਲਸ। ਸੋ ਇਹ ਅਵਸਥਾ ਜਿਹੜੀ ਹੁੰਦੀ ਆ ਨਾ, ਕਿਤੇ ਵੀ ਇੱਕ ਦਿਨ ਵੀ ਇੱਕ ਸੈਕਿੰਡ ਵਾਸਤੇ ਵੀ ਆਪਣੇ ਅੰਦਰ ਆਈ ਹੈ। ਵੀ ਵਾਂਟ ਗੁਰੂ ਨਾਨਕ ਨਥਿੰਗ ਐਲਸ। ਕਿਤੇ ਆਈ? ਕਿਤੇ ਤੁਸੀਂ ਸਭ ਕੁਝ ਪਿੱਛੇ ਛੱਡ ਕੇ ਕਿਹਾ ਹੈ, ਹੇ ਗੁਰੂ ਨਾਨਕ ਮੈਨੂੰ ਤੂੰ ਚਾਹੀਦਾ, ਆਈ ਡੋਂਟ ਐਨੀਥਿੰਗ ਐਲਸ। ਆਇਆ? ਐਂਡ ਦਿਸ ਜੇ ਇੱਕ ਵਾਰੀ ਵੀ ਤੁਹਾਡੇ ਵਿੱਚ ਆ ਗਈ, ਗੁਰੂ ਨਾਨਕ ਤੁਹਾਡੇ ਸਾਹਮਣੇ ਹੋਗਾ, ਇਹ ਗਾਰੰਟੀ। ਇੱਕ ਵਾਰ, ਇੱਕ ਸੈਕਿੰਡ, ਹਾਫ ਅ ਸੈਕਿੰਡ, ਥੋੜਾ ਜਿਹਾ ਵੀ ਆ ਜਾਵੇ ਨਾ, ਗੁਰੂ ਨਾਨਕ ਤੁਹਾਡੇ ਸਾਹਮਣੇ। ਇੰਨਾ ਪ੍ਰੇਮ ਹੋਣਾ ਚਾਹੀਦਾ, ਇਹਨੂੰ ਕਹਿੰਦੇ ਆ ਪ੍ਰੇਮ। ਐਂਡ ਗੁਰੂ ਨਾਨਕ ਇਜ਼ ਨੋਟ obliged to you। ਆਪਾਂ ਪਹਿਲਾਂ ਜਿਹੜੀ ਗੱਲ ਕੀਤੀ ਆ, where we started, ਪ੍ਰੇਮ is the only power who can make the powerful, the most power in the world to be powerless in front of you। ਪ੍ਰੇਮ। ਉਹ ਮਹਾਰਾਜ ਦੇਖੋ ਕਿੰਨੀ ਤੁਹਾਡੇ ਨਾਲ ਕਰਨਗੇ ਕਿਰਪਾ। ਸੋ ਹੁਣ ਦੇਖੋ ਗੁਰੂ ਅੰਗਦ ਦੇਵ ਜੀ ਦਾ ਇਹ ਸ਼ਬਦ ਹੈ, ਜਦੋਂ ਮਹਾਰਾਜ ਨੇ ਉਚਾਰਨ ਕੀਤਾ, ਇਹਦੀ ਉਥਾਨਕਾ ਹੈ ਜਿਹੜੀ ਸਾਖੀ ਤੁਹਾਨੂੰ ਪਹਿਲਾਂ ਦੱਸੀ ਹੈ। ਇਹ ਸ਼ਬਦ ਜਿਹੜਾ ਕਿਸ ਹੀ ਕੋਈ ਕੋਏ। ਗੁਰੂ ਨਾਨਕ ਨੇ ਪੁੱਛਿਆ, ਗੁਰੂ ਅੰਗਦ ਦੇਵ ਤੁਸੀਂ ਸਾਨੂੰ ਪੁਰਖਾ ਇੰਨਾ ਪ੍ਰੇਮ ਕਿਉਂ ਕਰਦੇ ਹੋ, ਇੰਨਾ ਕਿਉਂ ਤੁਸੀਂ ਸਾਨੂੰ ਸੱਦਦੇ ਹੋ? ਗੁਰੂ ਅੰਗਦ ਦੇਵ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਹੇ ਗੁਰੂ ਨਾਨਕ, ਕਹਿੰਦੇ ਕਿਸ ਹੀ ਕੋਈ ਕੋਏ। ਲੋਕਾਂ ਕੋਲ ਤਾਂ ਬਹੁਤ ਕੁਝ ਹੁੰਦਾ ਹੈ, ਕਿਸ ਕੋਲ ਮਾਂ ਹੈ, ਕਿਸੇ ਕੋਲ ਭਰਾ ਹੈ, ਕਿਸੇ ਕੋਲ ਘਰ ਵਾਲੀ ਹੈ, ਕਿਸੇ ਕੋਲ ਦੋਸਤ ਮਿੱਤਰ ਹੈ, ਕਿਸੇ ਕੋਲ ਕੋਈ ਮਾਲਕ ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਸਾਰਿਆਂ ਕੋਲ ਕੋਈ ਨਾ ਕੋਈ ਹੁੰਦਾ ਹੈ। ਪਰ ਗੁਰੂ ਅੰਗਦ ਦੇਵ ਜੀ ਮੰਝ ਨਿਵਾਣੀ ਇੱਕ ਤੂੰ, ਮੈਂ ਇੱਕ ਨਿਮਾਣਾ ਜਾ ਹਾਂ, ਤੁਹਾਡੇ ਬਗੈਰ ਮੇਰਾ ਕੋਈ ਨਹੀਂ ਹੈਗਾ। Who shall I turn to? ਮੇਰਾ ਤਾਂ ਤੁਹਾਡੇ ਬਗੈਰ ਕੁਝ ਨਹੀਂ ਹੈਗਾ ਨਾ। ਜਿਹਦਾ ਹੈਗਾ ਤਾਂ ਉਹਨਾਂ ਕੋਲ ਹੈਗੇ ਨੇ ਬਹੁਤ ਕੁਝ, ਪਰ ਮੇਰੇ ਕੋਲ ਹੈ ਨਹੀਂ। I have only you। ਤਾਂ ਕਹਿੰਦੇ ਕਿਉਂ ਨਾ ਮਰੀਜੈ ਰੋਏ। ਕਹਿੰਦੇ ਹੇ ਗੁਰੂ ਨਾਨਕ, ਹੈ ਮੇਰੇ ਪਿਆਰੇ, ਕਹਿੰਦਾ ਮੈਂ ਰੋ ਰੋ ਕੇ ਮਰ ਜਾਵਾਂ ਤੁਹਾਡੇ ਬਿਰਹਾ ਦੇ ਵਿੱਚ, ਮੇਰਾ ਜੀ ਕਰਦਾ ਮੈਂ ਰੋ ਰੋ ਕੇ ਹੀ ਮਰ ਜਾਵਾਂ। ਕਹਿੰਦੇ ਜਾਂ ਲੱਗ ਚੇਤਨਾ ਆਵਹੀ, ਜੇ ਮੇਰੇ ਚਿੱਤ ਵਿੱਚ ਨਾ ਤੁਸੀਂ ਕਿਤੇ ਭੁੱਲ ਜਾਓ ਨਾ, ਤਾਂ ਕਹਿੰਦੇ ਉਹ ਅਵਸਥਾ ਮੇਰੇ ਵਾਸਤੇ ਮੌਤ ਦੇ ਬਰਾਬਰ ਹੈ। ਦੇਖੋ ਇਹ ਹੁੰਦੇ ਆ ਗੁਰਮੁਖ, ਇਹ ਹੁੰਦਾ ਹੈ ਪਿਆਰ ਗੁਰੂ ਨਾਲ। ਤੇ ਦੇਖੋ ਭਾਈ ਨੰਦ ਲਾਲ ਜੀ ਲਿਖਦੇ ਆ ਨਾ, ਕਹਿੰਦੇ ਗੁਰਮੁਖਾਂ ਵਾਸਤੇ ਉਹਨਾਂ ਦੇ ਮਨ ਨੂੰ ਕੋਈ ਵੀ ਚੀਜ਼ ਜਿਹੜੀ ਹੈ ਉਹਨਾਂ ਨੂੰ ਖੁਸ਼ ਨਹੀਂ ਕਰ ਸਕਦੀ ਗੁਰੂ ਦੇ ਦਰਸ਼ਨਾਂ ਤੋਂ ਬਗੈਰ। ਕਿਉਂਕਿ ਇਹ ਸਾਰਾ ਦਾ ਸਾਰਾ ਜੀਵਨ ਆਪਾਂ ਨੂੰ ਕਿਉਂ ਮਿਲਿਆ ਹੈ? ਕਿਉਂ ਮਿਲਿਆ? ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਗੁਰੂ ਪਰਮੇਸ਼ਰ ਨਾਲ ਪਿਆਰ ਕਰਨ ਵਾਸਤੇ ਹੀ ਮਿਲਿਆ ਹੈ, ਹੋਰ ਕੋਈ ਇਹਦੇ ਵਿੱਚ ਮਤਲਬ ਨਹੀਂ ਹੈ। ਤੇ ਫਿਰ ਗੁਰਮੁਖ ਜਿਹੜੇ ਹਨ ਉਹਨਾਂ ਵਾਸਤੇ ਗੁਰੂ ਤੋਂ ਫਾਇਦੇਦਾਰ ਕੋਈ ਚੀਜ਼ ਹੈ ਨਹੀਂ। There's nothing beyond the Guru for them। ਤੇ ਉਹ ਕਹਿੰਦੇ ਆ ਖੁਸ਼ ਨਮਹਿ ਆਇਦ ਮਹਾ ਗਾਹੇ ਬਗੈਰ, ਅਜ਼ ਯਾਦ ਹਕ ਤਾਂ ਹਦੀਸ਼ ਇਸ਼ਕ। ਕਹਿੰਦੇ ਕੋ ਇਸ਼ਕ ਪ੍ਰੇਮ, ਕਹਿੰਦੇ ਓਏ ਅੰਦਰ ਇਲਮ ਮਾਵਾ ਗਿਰਫਤ। ਦੇਖੋ ਐਸਾ ਕਹਿੰਦੇ ਹੇ ਮੇਰੇ ਮਾਲਕ, ਤੇਤੋਂ ਬਗੈਰ ਕਹਿੰਦੇ ਮੇਰੇ ਮਨ ਨੂੰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਕਿਉਂਕਿ ਜਦੋਂ ਮੈਂ ਤੁਹਾਡਾ ਨਾਮ ਸੁਣਦਾ ਹਾਂ, ਮੈਨੂੰ ਜੀ ਕਰਦਾ ਮੈਂ ਤੁਹਾਤੋਂ ਕੁਰਬਾਨ ਹੋ ਜਾਵਾਂ। I don't want to stay here anymore। I don't want to keep a body which separate me from you, even in that way। So now you will understand ਨਾ ਕਿਉਂ ਗੁਦਰ ਸਿੱਖਾਂ ਨੇ ਇੰਨੀ ਸੌਖੀਆਂ ਸ਼ਹੀਦੀਆਂ ਪਾਉਂਦੇ ਸੀਗੇ। Why? Because for them the love was bigger than their body।
The love means more than their body, more than their needs, more than their desires. ਦੇਖੋ ਨਾ, ਸਿੱਖੀ ਐਸਾ ਧਰਮ ਹੈ ਨਾ ਜਿਹੜਾ ਸਿਰਫ ਪ੍ਰੇਮ ਨਾਲ ਹੀ ਤੁਸੀਂ ਰੱਖ ਸਕਦੇ ਹੋ। ਜਿਹਦੇ ਕੋਲ ਪ੍ਰੇਮ ਹੈ ਨਹੀਂ ਨਾ, ਉਹਦੇ ਕੋਲ ਸਿੱਖੀ ਹੈ ਨਹੀਂ। Sikh is the only religion, because other religion has rules and regulation. They are something to comply with. ਉਹ ਕਹਿੰਦੇ ਆ ਤੂੰ ਹਿੰਦੂ ਬਣਨਾ, ਤੇਰੇ ਕੋਲ ਇਹ ਚਾਹੀਦਾ ਹੈ। ਮੁਸਲਮਾਨ ਕਹਿੰਦੇ ਤੈਨੂੰ ਸੁਨਨਤ ਕਰਨੀ ਚਾਹੀਦੀ ਆ, you have to do this, you have to do that to be a Muslim. For a Sikh, you need only love. Without love, you cannot keep Sikhi. Then a lot of questions will come into your mind. Why should we not cut our hair? क्यों ਆਪਾਂ ਕੇਸ ਨਹੀਂ ਕੱਟਣੇ? ਕਿਉਂ ਕੰਘਾ ਰੱਖਣਾ? ਕਿਉਂ ਕਰਸ਼ਰਾ ਪਾਉਣਾ? All that sawal will come when there's no love. ਪਿਆਰ ਆ ਜਾਵੇ ਨਾ, ਫਿਰ ਸਵਾਲ ਨਹੀਂ ਉੱਠਦੇ। Then what are you going to question? ਜਦੋਂ ਪਰਮਾਤਮਾ ਦਾ ਪਿਆਰ ਹੀ ਤੁਹਾਡੀ ਝੋਲੀ 'ਚ ਪੈ ਗਿਆ, ਤੇ ਇੱਕ ਐਸੀ ਗੱਲ ਜਿਹੜੀ ਹੈ ਨਾ, ਹੁਣ ਇੱਥੇ ਜਿਹੜਾ ਦੇਖੋ ਨਾ, ਇਹ ਵੀ ਬੜਾ ਪਿਆਰਾ ਹੈ। ਕਹਿੰਦੇ ਦੇਖ ਲਓ, ਸਤਿਗੁਰੂ ਦਰਸ਼ਨ ਦੇਖ ਧਿਆਨ ਧਰਾਇਆ। ਕਹਿੰਦੇ ਸਤਿਗੁਰੂ ਦੇ ਦਰਸ਼ਨ ਦੇਖ ਕੇ ਮੇਰਾ ਧਿਆਨ ਧਰਿਆ ਗਿਆ। ਸਤਿਗੁਰੂ ਸ਼ਬਦ ਵਿਚਾਰ ਗਿਆਨ ਕਮਾਇਆ। ਦੇਖੋ ਇਹ ਗੱਲ ਹੈ, ਇੱਥੇ ਖੜ ਜਾਓ ਥੋੜ੍ਹੇ ਚਿਰ। ਸਤਿਗੁਰੂ ਸ਼ਬਦ ਵਿਚਾਰ, ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਗਿਆਨ ਕਮਾਇਆ। ਗਿਆਨ ਨੂੰ ਕਮਾਉਣਾ ਹੈ। ਕਈ ਲੋਕ ਕਹਿੰਦੇ ਨਾ, ਸਿੱਖੀ ਇਜ਼ ਇਨ ਮਾਈ ਹਾਰਟ। I cannot keep hair, it's okay la, because Sikhi is in my heart. ਉਹਦਾ ਤੁਹਾਨੂੰ ਆਨਸਰ ਲੈਣਾ ਇਹ ਹੈ, ਸਤਿਗੁਰੂ ਸ਼ਬਦ ਵਿਚਾਰ ਗਿਆਨ ਕਮਾਇਆ। ਗਿਆਨ ਨੂੰ ਕਮਾਉਣਾ ਪੈਂਦਾ ਹੈ ਭਾਈ। ਉੱਥੇ ਇੰਟੈਲੀਜੈਂਸ ਨਹੀਂ ਚੱਲਦੀਆਂ, ਤੁਹਾਡੀਆਂ ਜਿਹੜੀਆਂ ਹਨ ਚਤਰਾਈਆਂ ਨਹੀਂ ਚੱਲਦੀਆਂ। ਉੱਥੇ ਨਹੀਂ ਇਹ ਕੁਝ ਚੱਲਦਾ, ਉੱਥੇ ਤਾਂ ਮੰਨਣਾ ਪੈਂਦਾ ਹੈ। ਪਿਆਰ ਕਾਹਦਾ ਹੋਇਆ? ਜਿਹੜਾ ਸ਼ਰਤਾਂ ਵਾਲਾ ਹੋਵੇ। If you love somebody, are you going to tell him that whenever there's no food, I won't love you, you know? When you cannot give me what I want, I won't love you, you know? Will you say that? ਉਹਨੂੰ ਲਵ ਕਹੋਗੇ ਕਿ ਕੋਈ ਸੌਦਾ ਕਹੋਗੇ? ਉਹ ਤਾਂ ਬਿਜ਼ਨਸ ਡੀਲ ਹੋ ਗਿਆ ਨਾ ਇੱਕ। ਦੇਖੋ ਇੱਥੇ ਇਹ ਗੱਲ ਹੈ, ਕਹਿੰਦੇ ਉਹ ਪਰਮਾਤਮਾ ਜਿਹੜਾ ਹਨ ਪਿਆਰ, ਜਿਹੜੇ ਲੋਕ ਕਹਿੰਦੇ ਨਾ ਦਿਲ 'ਚ ਸਿੱਖੀ ਆ, ਉੱਤੇ ਨਹੀਂ ਕੁਝ ਵੀ ਹੈਗਾ। ਤੁਸੀਂ ਅੰਦਰ ਭਾਵੇਂ ਸੋਨਾ ਰੱਖ ਲਓ, ਬਾਹਰ ਕਚਰਾ ਇਕੱਠਾ ਕਰਕੇ ਰੱਖ ਲਓ, ਲੋਕਾਂ ਨੂੰ ਪਤਾ ਲੱਗੇਗਾ ਤੁਸੀਂ ਜੁਵਲਰੀ ਦਾ ਬਿਜ਼ਨਸ ਕਰਦੇ ਹੋ। ਬੋਰਡ ਵੀ ਤੁਹਾਨੂੰ ਚੰਗਾ ਹੀ ਲਾਉਣਾ ਪਵੇਗਾ ਨਾ, ਵਿੰਡੋ ਸ਼ਾਪਿੰਗ ਵੀ ਤੁਹਾਨੂੰ ਚੰਗੀ ਕਰਨੀ ਪਊਗੀ ਨਾ, ਵਿੰਡੋ ਦੇ ਉੱਤੇ ਚੰਗੀਆਂ ਚੀਜ਼ਾਂ ਰੱਖਣੀਆਂ ਪੈਣਗੀਆਂ ਨਾ। Your ਸਰੂਪ is very important, because your ਸਰੂਪ is going to develop your inner self, and your ਸਰੂਪ is your reflection of your inner self. ਜੇ ਤੁਸੀਂ ਕਹਿੰਦੇ ਤੁਸੀਂ ਸਿੱਖ ਹੋ, ਉੱਤੇ ਥੋੜੇ ਸਿੱਖ ਨਹੀਂ ਲੱਗਦੇ, then from where are you a Sikh then? Nothing is being reflected then. What is coming out? Now you put a fountain. If the fountain doesn't give you water, then what is the use of the fountain? See, that's the most important thing. It's nothing that you have to calculate, you can't calculate this. Love is beyond calculations. ਫਿਰ ਕਹਿੰਦੇ ਚਰਨ ਕਵਲ ਗੁਰ ਮੰਤ ਚਿੱਤ ਵਸਾਇਆ। ਕਹਿਣ ਲੱਗੇ ਮਹਾਰਾਜ ਦੇ ਜਿਹੜੇ ਹਨ ਚਰਨ, ਉਹਨਾਂ ਨੂੰ ਮੰਤਰ ਬਣਾ ਕੇ ਮੈਂ ਆਪਣੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਿਆ। ਇਹ ਕਿਹਨੇ ਵਸਾਇਆ ਸੀਗਾ? ਬਾਬਾ ਬੁੱਢਾ ਜੀ ਨੇ। ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਸੀ, ਤੁਸੀਂ ਤੁਰਦੇ ਹੋ ਨਾ, ਮੇਰੇ ਦਿਲ ਵਿੱਚ ਖੜਕਾ ਹੁੰਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ। ਪਿਆਰ ਦੇਖੋ ਕਿੰਨਾ ਹੈ ਸਿੱਖ ਨੂੰ ਆਪਣੇ ਗੁਰੂ ਨਾਲ। ਤੇ ਕਹਿੰਦੇ ਸਤਿਗੁਰੂ ਸੇਵ ਕਮਾਏ ਸੇਵ ਕਰਾਇਆ। ਜਿਹੜਾ ਸਿੱਖ ਆਪਣੇ ਗੁਰੂ ਦੀ ਕਮਾਈ ਕਰਦਾ ਹੈ, ਗੁਰੂ ਦੀ ਸੇਵਾ ਕਰਦਾ, ਸਾਰਾ ਜਗਤ ਉਹਦੀ ਕਮਾਈ ਕਰਦਾ। ਹੁਣ ਅੱਗੇ ਸੁਣ ਲਓ, ਗੁਰ ਚੇਲਾ ਪਰਚਾਏ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ। ਜਗ ਪਰਚਾਇਆ, ਜਗ ਫਿਰ ਉਹ ਸਿੱਖ ਦੀ ਖੁਸ਼ੀ ਭਾਲਦਾ। That's how great you become. ਦੇਖੋ ਸੰਤ ਸੋਹਣ ਸਿੰਘ ਜੀ, ਜਿਸ ਵੀ give you money to go to Malacca for his birthday? Do you get money to go there? Do you get allowance to do seva? No. But why? This is the one. ਗੁਰ ਚੇਲਾ ਪਰਚਾਏ ਜਗ ਪਰਚਾਇਆ। ਸਾਰਾ ਜਗਤ ਤੁਹਾਡੀ ਪੂਜਾ ਵਾਸਤੇ ਆਏਗਾ ਜੇ ਤੁਸੀਂ ਆਪਣਾ ਮਨ ਗੁਰੂ ਨੂੰ ਦਿਓਗੇ। ਤੋ ਫਿਰ ਗੁਰਮੁਖ ਪੰਥ ਚਲਾਏ ਨਿਜ ਘਰ ਛਾਇਆ। ਕਹਿੰਦੇ ਗੁਰੂ ਪੰਥ ਜਿਹੜਾ ਹੈ, ਗੁਰਮੁਖ ਜਿਹੜੇ ਹਨ, ਉਹਨਾਂ ਨੇ ਗੁਰੂ ਮਹਾਰਾਜ ਦੇ ਪੰਥ ਤੇ ਚੱਲ ਕੇ ਤੇ ਨਿਜ ਘਰ ਛਾਇਆ। ਉਹ ਗੁਰੂ ਦੇ ਘਰ ਦੇ ਵਾਸੀ ਬਣ ਗਏ, ਉਹ ਗੁਰੂ ਦਾ ਰੂਪ ਬਣ ਗਏ। ਓਕੇ, ਸੋ ਲਵ ਐਂਡ ਸੈਲਵੇਸ਼ਨ, ਮੁਕਤੀ ਜਿਹੜੀ ਹਨ ਉਹ ਕਿਵੇਂ ਮਿਲਦੀ ਹੈ? ਦੇਖੋ ਨਾ, ਗੁਰੂ ਨਾਨਕ ਦੀ ਤੇ ਗੁਰੂ ਅੰਗਦ ਦੇਵ ਜੀ ਦੀ ਸਾਖੀ ਸੁਣੀ ਨਾ ਤੁਸੀਂ। ਗੁਰੂ ਲੈਣੇ ਨੇ ਕੀ ਕੀਤਾ? ਗੁਰੂ ਨਾਨਕ ਕੋਲ ਬਹੁਤ ਸਿੱਖ ਸੀਗੇ ਜਿਹੜੇ ਵੱਧ ਸੇਵਾ ਕਰਦੇ ਸੀ। ਬਾਬਾ ਬੁੱਢਾ ਜੀ ਵਰਗੇ, ਭਾਈ ਮਨਸੁਖ ਵਰਗੇ, ਭਾਈ ਭਗੀਰਥ ਵਰਗੇ ਬਹੁਤ ਗੁਰਸਿੱਖ ਸੀਗੇ ਜਿਹੜੇ ਗੁਰੂ ਅੰਗਦ ਦੇਵ ਜੀ ਨਾਲੋਂ ਜ਼ਿਆਦਾ ਸੇਵਾ ਕਰਦੇ ਸੀ। ਪਰ ਹੁਕਮ ਮੰਨਣ ਵਾਲਾ ਸਿਰਫ ਭਾਈ ਲੈਣਾ ਸੀ।
गुरु नानक नूं गुरु मनण वाला, परमात्मा मनण वाला भाई लैणा सी, गुरु नानक नाल प्यार करने वाला भाई लैणा सी। ਉਹੀ फर्क सी ना। बाकी तो सेवा आप भी कर सकते हैं, तुसीं भी बहुत सेवा करते होंगे, पर प्रेम है कि नहीं? कि तुसीं सेवा उदों ही करते तुहानूं कोई पोजीशन मिलती है तां तुसीं सेवा करनी है। सो कहंदे ये जिहड़ा लव है ना, ये तां गुरु दी नज़र होवे, गुरु महाराज थोड़े खुश हो जान, तुहानूं वो मत दे देन, ये समझा देन। जिहड़ी लव है ना बियॉन्ड वर्ड्स नॉलेज आ, ये लव नूं कोई नहीं दस सकदा भी लव हुंदा की है। वो गुरु दी किरपा ही है जिहड़ा तुहानूं इह गल समझा देवे भी प्यार की हुंदा है। Now somebody else today you can read भाई मती दास जी शहीदी, भाई तारू सिंह ने खोपड़ा लुहा लिया, भाई जिहड़ा भाई सुबेग सिंह, भाई शाहबाज सिंह दी चकड़ियां ते चढ़ गए, all that you can read, but can you make sense out of it? Can you make sense out of it? उन्होंने क्यों मरना सी? They were given a lot of offers they should have taken. इसे करके ना प्रेम दी भाषा नूं कोई समझ नहीं सकदा ना, किन्ना क प्रेम सी उन्हां दे विच। He Ranja, why they have to kill themselves when the Muslims are allowed to marry four? क्यों रंजे नूं हीरे मिले सी? And why he has to die for her alone? You think there was no more woman in the world? क्यों? यही गल तां आपां समझ नहीं सकदे ना। इहनूं प्यार, पर प्यार सच्चे नाल होवे ना। जे प्यार किते झूठे नाल हो जावे then you will break. Then you will break. ताई गुरु नाल प्यार कर। And love whoever you want to love, but after the Guru. The Guru should be your paramount. Oh yeah, thoda love. Oh they love ਦੇ ਨਾਲ ਹੀ ਤੁਸੀਂ love ਦੀ ਪਰਿਭਾਸ਼ਾ, you will understand what love is. Otherwise love will be what, you know, ਮਨ ਦਾ ਚਾਓ, ਮਨ ਦਾ ਖੇਡ ਹੈ। Is the emotion, merely emotion. ਉਹਦੇ ਬਾਅਦ ਕੁਝ ਵੀ ਨਹੀਂ ਹੈਗਾ। You feel that it's love, but it's not love actually. ਜਦੋਂ ਤੱਕ ਤੁਸੀਂ ਗੁਰੂ ਨਾਲ ਨਾ ਪਿਆਰ ਕੀਤਾ, ਫਿਰ ਕਹਿੰਦੇ ਦੇਖੋ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਨਾ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾਇਆ। ਇਹ ਤਾਂ ਆਪਣੇ ਤੋਏ ਪ੍ਰਸਾਦ ਸੋਈਏ ਹੋ ਗਏ ਨਾ। ਹੁਣ ਦੀਨਨ ਕੇ ਪਰ ਜਿਹੜਾ ਸਵਈਏ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਦੱਸਦੇ ਆ, ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤ ਸਿਓ ਕਿਨ ਪਦਮਾ ਪਤ ਪਾਏ। ਕਹਿਣਗੇ ਕਿਵੇਂ ਤੁਸੀਂ ਪਰਮਾਤਮਾ ਨੂੰ ਪਾਓਗੇ? ਪ੍ਰੇਮ ਤੋਂ ਬਿਨਾ ਨਹੀਂ ਗੱਲ। ਸੋ ਹੁਣ ਹਾਊ ਟੂ ਰਿਫਲੈਕਟ ਔਨ yourself what you are, do you love, do you know what is love? ਕਹਿੰਦੇ ਭਾਈ ਜਿਹੜੇ ਹਨ, ਭਾਈ ਗੁਰਦਾਸ ਨੇ ਆਪਾਂ ਨੂੰ ਦੋ ਚੀਜ਼ਾਂ ਸਮਝਾਈਆਂ ਇਹ ਗੱਲ ਸਮਝਾਉਣ ਵਾਸਤੇ ਵੀ ਲਵ ਕੀ ਹੁੰਦਾ ਹੈ, ਪ੍ਰੇਮ ਕੀ ਹੁੰਦਾ ਹੈ। ਉਹ ਕਹਿੰਦੇ ਇੱਕ ਪਤੰਗਾ, ਇੱਕ ਮੱਛੀ ਹੈ। ਇਹਨਾਂ ਤੋਂ ਤੁਸੀਂ ਸਮਝ ਕੇ ਦੇਖੋ ਕਿ ਲਵ ਪ੍ਰੇਮ ਕੀ ਹੁੰਦਾ ਹੈ। ਦੂਸਰੀ ਗੱਲ ਹੈ, ਦੇਖੋ ਭਾਈ ਗੁਰਦਾਸ ਜੀ ਨੇ ਆਪਣੀ ਕਵਿਤਾ ਵਿੱਚ ਇਹ ਗੱਲ ਦੱਸੀ ਹੈ ਨਾ, ਕਹਿੰਦੇ ਵੀ ਜਿਹੜਾ ਪ੍ਰੇਮ ਹੈ ਨਾ, ਕਹਿੰਦੇ ਕਿ ਪ੍ਰੇਮ ਵਿੱਚ ਜਿਉਂ ਕੇ ਹੀ ਪਤਾ ਲੱਗਦਾ ਹੈ। ਬਾਈ ਐਕਸਪੀਰੀਅੰਸ ਯੂ ਵਿਲ ਅੰਡਰਸਟੈਂਡ ਲਵ, ਨੋਟ ਬਾਈ ਜਸਟ ਰੀਡਿੰਗ ਇਟ, ਯੂ ਹੈਵ ਟੂ ਐਕਸਪੀਰੀਅੰਸ ਇਟ। ਫਿਰ ਇਹ ਜਿਹੜਾ ਹਨ, ਹੁਣ ਦੇਖੋ ਇਹ ਮੈਸੇਜ ਜਿਹੜਾ ਦੇ ਰਹੇ ਨਾ ਬਹੁਤ ਸੁੰਦਰ ਹੈ, ਤੁਸੀਂ ਉਹ ਸੁਣੋ। ਕਹਿੰਦੇ ਪ੍ਰੇਮ ਰਸ ਬਸ ਹੋਏ ਪਤੰਗ ਸੰਗਮ ਨਾ ਜਾਣੈ। ਹੁਣ ਇਹਨੂੰ ਸਵਾਰ ਕੇ ਸੁਣਿਓ, ਇਹ 'ਚ ਦੋ ਗੱਲਾਂ ਆਉਣੀਆਂ ਨੇ। ਬਿਰਹਿ ਵਿਛੋਹੇ ਮੀਨ ਹੋਏ ਨਾ ਮਰ ਜਾਣੈ ਹੈ। ਕਹਿੰਦੇ ਦੇਖੋ ਪ੍ਰੇਮ ਰਸ ਬਸ, ਪ੍ਰੇਮ ਦੇ ਰਸ ਵਿੱਚ ਹੋ ਕੇ ਪਤੰਗ ਜਿਹੜਾ ਫਲਾਏ ਹੈ ਉਹ ਉੱਡ ਕੇ ਜਾਂਦਾ ਹੈ, ਜਾ ਕੇ ਆਪਣੇ ਉਹ ਜਿਹੜਾ ਹਨ ਲਾਟ ਹੁੰਦੀ ਆ, ਜਾਂ ਤੁਸੀਂ ਕੈਂਡਲ ਕਹਿ ਲਓ, ਲਾਈਟ ਜਿਹੜੀ ਹੈ ਉਹਦੇ ਵਿੱਚ ਫਲੇਮ ਵਿੱਚ ਜਾ ਕੇ ਵੜ ਜਾਂਦਾ ਹੈ। ਬਿਕੋਜ਼ ਹੀ ਲਾਈਕਸ ਲਾਈਟ ਰਾਈਟ, ਉਹਦੇ ਵਿੱਚ ਜਾ ਕੇ ਵੱਜਦਾ ਹੈ, ਉਹ ਸੜ ਜਾਂਦਾ ਹੈ। ਸੋ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਰਸ ਬਸ ਹੋਏ ਪਤੰਗ ਸੰਗਮ ਨਾ ਜਾਣੇ। ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹੜੀ ਅੱਗ ਦੀ ਲਾਟ ਤੇ ਉਹ ਪਤੰਗੇ ਦਾ ਜਿਹੜਾ ਸੰਗਮ ਆ ਮੈਂ ਨਹੀਂ ਜਾਣਦਾ, ਕਿਉਂਕਿ ਜਦੋਂ ਪਤੰਗਾ ਉਹਦੇ ਵਿੱਚ ਗਿਆ ਉਹਦੀ ਲਾਟ ਨੇ ਉਹਨੂੰ ਸਾੜ ਦਿੱਤਾ। ਇਟ ਬਰਨਸ ਹਿਮ ਰਾਈਟ। ਹੁਣ ਦੂਜੀ ਗੱਲ ਹੈ ਬਿਰਹਿ ਵਿਛੋਹੇ ਮੀਨ ਹੋਏ ਮਰ ਜਾਣਾ ਹੈ। ਹੁਣ ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਜਦੋਂ ਵਿਛੋੜਾ ਹੁੰਦਾ ਹੈ। ਇਹ ਦੇਖੋ ਇੱਕ ਤਾਂ ਸੰਗਮ ਦੀ ਗੱਲ ਕੀਤੀ ਸੀ, ਹਾਓ ਭਾਈ ਗੁਰਦਾਸ ਦੀ ਰਾਈਟਿੰਗ ਜਿਹੜੀ ਆ ਨਾ ਸਿਗਨੀਫੀਕੈਂਟਲੀ ਨਾ ਆਊਟਸਟੈਂਡਿੰਗ। ਕਿਉਂ? ਇੱਕ ਪਾਸੇ ਉਹਨੇ ਵਿਛੋੜੇ ਦਾ ਜਿਹੜਾ ਮੇਲ ਦੱਸਿਆ ਵੀ ਦੋਵਾਂ ਦਾ ਮੇਲ ਹੁੰਦਾ ਉਹ ਮਰ ਜਾਂਦਾ ਹੈ। ਦੂਜਾ ਕੀ ਹੈ, ਮੱਛੀ ਦਾ ਤੇ ਪਾਣੀ ਦਾ, ਜਦੋਂ ਪਾਣੀ ਤੋਂ ਮੱਛੀ ਨੂੰ ਕੱਢ ਦਈਏ, ਯੂ ਟੇਕ ਆਊਟ ਫਿਸ਼ ਆਊਟ ਆਫ ਵਾਟਰ, ਕੀ ਹੁੰਦਾ ਹੈ ਉਹ ਵੀ ਮਰ ਜਾਂਦੇ। ਹੁਣ ਸਪਰੇਸ਼ਨ ਨੇ ਮਾਰ ਦਿੱਤਾ, ਇੱਕ ਨੂੰ ਮੇਲ ਨੇ ਮਾਰ ਦਿੱਤਾ, ਇੱਕ ਨੂੰ ਵਿਛੋੜੇ ਨੇ ਮਾਰ ਦਿੱਤਾ। ਦੋ ਗੱਲਾਂ ਹੋ ਗਈਆਂ ਨਾ। ਓਕੇ ਨਾਓ ਯੂ ਸੀ ਦਰਸ ਧਿਆਨ ਜੋਤ ਮੈਂ ਨਾ ਹੋਏ ਜੋਤੀ। ਕਹਿਣ ਲੱਗੇ ਦੇਖੋ ਹੁਣ ਆਪਣੀ ਹਾਲਾਤ ਭਾਈ ਗੁਰਦਾਸ ਜੀ ਦੱਸਦੇ, ਕਹਿੰਦੇ ਦਰਸ ਧਿਆਨ ਮੇਰੇ ਦਰਸ
मैं गुरु के दर्शन भी करता हाँ, ध्यान भी मैं गुरु च रखता हाँ, पर कहते जोत में ना होए ज्योति, मैं हजे तक भी गुरु की ज्योति विच जोत नहीं बन सकी। आई डिडंट बिकम वन विथ हिम। ते कहते स्वरूप चरण बेमुख होए प्राण ठहराने है। कहते स्वरूप चरण, हुण देखो वही गल ना, संगम की गल की है, इत्थे आ गई। मेरे सामने मेरा गुरु बैठा है, गुरु रामदास, गुरु अर्जन देव जी, गुरु हरगोबिंद साहिब बैठे ने। जोत में ना होए ज्योति, मैं उन्होंने जोत विच जोत नहीं हो सकी। संगम नहीं ना, विछोड़े दा स्वरूप चरण बेमुख होए प्राण ठहराने है। फिर मैं गुरु तो विछोड़ा भी हो जाता, मनु किते गुरु भुल जाता है, मैं मर क्यों नहीं जाता? लाइक द फिश, वाई डिड आई डाई बाय सेपरेटिंग माई सेल्फ फ्रॉम माई गुरु माई बिलवड। फिर कहते मिल विचरत गत प्रेम ना बिरह जानी। कहने संगम ते बिरह दा ये जिहड़ा मेल ते विछोड़े दा जिहड़ा प्रेम है ना, कहना बिना बिरह जानी मैं नहीं जाने। आई कुड नॉट अंडरस्टैंड मीन ओ पतंग मोहे देखत लजाने हैं। कहते ओ पतंगा ते मच्छी मनु देख के उन्हां नूं शर्म आ रही है। द पतंगा एंड द फिश इज नाउ ashamed because of me। क्यों? कहते मानस जन्म, कहता मेरा तो मानस जन्म है, आई एम अ ह्यूमन बर्थ। कहते त्रिग जो जरा त्रिगद तन है, त्रिगद जोन, वो त्रिग जोन तन है। देखो पतंगा इज नॉट लाइक ह्यूमन, राइट? बेचारा एक ही है ना, छोटा जा। फिश भी बेचारी की है, इज नॉट एज ग्रेट एज ह्यूमन फॉर्म। तो पर कहते जरा हन त्रिग जोन, पर कहते तन है ओह। वाई? जदों ओदा संगम होया, पतंगा अपने आप नूं उन्हें साड़ लिया। जदों फिश दा ते पानी दा विछोड़ा होया, उन्हें अपने आप नूं मार लिया। पर कहता कपट स्नेह दे नरक ना माने है। कहता मैं तो एडा वड्डा पापी हाँ ना, गुरु नाल जोत विच जोत नहीं रला सकिया, बिछड़ के मैं मरिया क्यों नहीं? कहता मैनू तो किसी ने नरक विच भी था नहीं दिया। सी हाउ नाइस भाई गुरदास जी रोड किवें उन्होंने सारे प्रेम की गल नूं किवें जिहड़ा हाँ किन्नी चंगी तरह वो दो एग्जाम्पल विच बन के दस दिता। आई टेल यू भाई गुरदास दे जिहड़े कवित वारां जिहड़ियां ने कमाल दियां। सो फिर इत्थे ही आपां समाप्ति करते हैं। देखो प्रेम दा ते बिरहा दा ते प्रेम की वड्डी चीज़ है। नाउ द मोस्ट पावरफुल थिंग दैट यू हैव इज लव। रिमेंबर दिस, भावें वो एक तरफा प्यार होवे, दो तरफा होवे, डजंट मैटर, बट यू हैव टू बी सिंसीयर इन योर लव। वेरी इंपॉर्टेंट। जे तुसी किते गुरु नानक नाल प्यार नहीं किया, यू विल नेवर अंडरस्टैंड हु इज गुरु नानक, यू विल नेवर नो हिम। जिदन तुसी प्यार कर लिया देन यू विल नो हिम। संत सोहन सिंह जी ने की किया? गुरु नानक नाल प्यार ही किया ना। संत आतर सिंह मस्तूवाले वाले ने की किया? गुरु गोबिंद सिंह नाल प्यार ही किया ना। उन्होंने भगती की, गुरु गोबिंद सिंह के दर्शन नहीं उन्होंने होंदे सीगे ते उन्होंने की किया? कहते मैं ना गोदावरी च छाल मार के मर जाना, क्यों नहीं मैनू दर्शन हो रहे? तो उस वेले आवाज़ आती है, कहते तेनों दर्शन होणगे, नगीना घाट आ जाओ, रात को दर्शन होणगे। उन्होंने दर्शन दिते गुरु गोबिंद सिंह ने, एन अपने दरबार के दर्शन कराए। गुरु गोबिंद सिंह प्रतख ने, है ना, गुरु गोबिंद सिंह अज भी ने। तो याद तो करो ना, सदके दा देखो कि क्यों नहीं आउणगे थोड़े को। अपना प्यार सच्चा रखो। ये दुनियावी चीज़ों नाल अपना नाता तोड़ो, क्योंकि एक दिन मर के तो तोड़ना ही पैना। इफ यू डोंट ब्रेक इट देन यू विल कम बैक अगेन इनटू द 8.5 मिलियन जून च तुसीं फिर भी आओगे, तोड़ना पैना। ਉਹਦੇ ਨਾਲ प्रेम करो ਜਿਹੜਾ सारा ਤੁਹਾਨੂੰ सुख देगा। और कोई चीज़ों च ध्यान ना रखो। लीव एवरीथिंग बिहाइंड। See, life is not about what are you to others. No, what you are to the Guru. That means everything. बाकियां ना छड्डो। कहते हैं ना आप दुनिया को खुश करते हैं ना। कबीर जरा कबीर साहब का एक श्लोक है ना, दीन गवाया दुनी सो दुनी ना चाली साथ पाए कुहाड़ा मारिया गाफल अपने हाथ। आप परमात्मा को छड़ दें दुनिया को खुश करने वास्ते, दुनिया की खुशी वास्ते आप सिक्खी स्वरूप गवा देंगे हैं भी मेरे फ्रेंड्स खुश हो जाएंगे। यू नो इफ आई डोंट ड्रिंक आई कैन नॉट सोशलाइज, आई हैव टू ड्रिंक। इफ आई डोंट स्मोक दे विल से आई एम अ किड, आई एम अ स्मॉल चाइल्ड। जे मैं दाढ़ी ना कट्टा फिर कहेंगे तू बुढ़ा हो गया, ये हो गया, वो हो गया। वो की करते हैं अपनी सिक्खी गवा लेंदे ने। कबीर साहब जी कहते हैं ना, दीन गवाया दुनी सो, दुनिया वास्ते तुसी अपना धर्म गवा लिया। दुनी ना चाली साथ, दुनिया थोड़े नाल नहीं जाएगी मरण वेले। पाए कुहाड़ा मारे अपने हथ नाल कुहाड़ा मार के अपना पैर वढ़ लिया, गाफल अपने हाथ अपने हथां दे नाल। की मिलिया थानू? यू लूज।
ਟੂ ਵਿਨ ਦ ਗੇਮ ਇਜ਼ ਟੂ ਲਵ ਯੋਰ ਗੁਰੂ। ਉਹੀ ਗੱਲ ਹੈ, ਇਹ ਗੱਲ ਨਾ ਆਪਣੇ ਮਨ ਵਿੱਚ ਬਿਠਾਉਣੀ ਪੈਣੀ ਆ, ਬਿਠਾਉਣੀ ਪੈਣੀ ਆ। ਕੋਈ ਇੱਥੇ ਹਿਪੋਕ੍ਰੇਸੀ ਨਹੀਂ ਚੱਲਣੀ। ਇਹ ਨਾ ਕਹਿ ਦਿਓ ਮੈਂ ਇਹਦੇ ਨਾਲ ਪ੍ਰੇਮ ਕਰ ਲਿਆ, ਮੈਂ ਇਹਦੇ ਨਾਲ ਪ੍ਰੇਮ ਕਰ ਲਿਆ, ਆਈ ਕੈਨ ਲਵ 10 people and maybe one fellow will be there for me। Not like that. You have to be sincere with yourself. ਆਪਣੇ ਆਪ ਨੇ ਤਾਂ ਸੱਚਾ ਹੋ ਜਾਓ ਨਾ। ਓਕੇ, ਸੋ ਇਹੀ ਪ੍ਰੇਮ ਹੈ। ਸੋ ਅਗਲਾ ਜਿਹੜੀ ਆਪਣੀ ਟੌਪਿਕ ਹੋਊਗੀ ਭਗਤੀ। ਸੋ ਭਗਤੀ ਕੀ ਹੁੰਦੀ ਹੈ ਉਹ ਵੀ ਆਪਾਂ ਅਗਲੇ ਸੈਸ਼ਨ 'ਚ ਵਿਚਾਰਾਂਗੇ। ਸੋ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।